ਸਵਾਗਤ ਡੀਡੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਮੈਂ ਹਾਂ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ। ਸੰਗੀਤ ਸਾਡੇ ਨਾਲ ਜੁੜਿਆ ਹੋਇਆ ਹੈ। ਸੰਗੀਤ ਤੋਂ ਬਿਨਾਂ ਅਸੀਂ ਆਪਣੇ ਜੀਵਨ ਦੀ ਕਦੇ ਕਲਪਨਾ ਨਹੀਂ ਕਰ ਸਕਦੇ। ਜਦੋਂ ਕਿਤੇ ਸਾਡੀ ਨਬਜ਼ ਚੱਲਦੀ ਹੈ ਨਾ, ਉਹ ਵੀ ਇੱਕ ਲੈਅ ਦੇ ਵਿੱਚ ਹੈ। ਜਦੋਂ ਸਾਡੀ ਧੜਕਣ ਚੱਲਦੀ ਹੈ, ਉਹ ਵੀ ਲੈਅ ਦੇ ਵਿੱਚ ਹੈ। ਔਰ ਸਾਡੀ ਜ਼ੁਬਾਨ ਜਿਹੜੀ ਹੈ ਉਹ ਵੀ ਲੈਅ ਦੇ ਵਿੱਚ ਹੈ। ਚੰਗੀ ਬੋਲੇ ਤਾਂ ਸੰਗੀਤ ਹੈ, ਨਹੀਂ ਤਾਂ ਫਿਰ ਕਈ ਵਾਰ ਕੁਝ ਹੋਰ ਪ੍ਰਤੀਤ ਹੁੰਦੀ ਹੈ। ਸੰਗੀਤ ਸਾਡੇ ਆਲੇ ਦੁਆਲੇ, ਸਾਡੇ ਅੰਗ ਸੰਗ ਹਮੇਸ਼ਾ ਅੱਗੇ ਚੱਲਦਾ ਰਹਿੰਦਾ ਹੈ। ਔਰ ਇਸੇ ਹੀ ਸੰਗੀਤ ਵਿੱਚੋਂ ਬਹੁਤ ਸਾਰੇ ਸਾਜ਼ ਸਾਡੇ ਸਾਹਮਣੇ ਆਉਂਦੇ ਨੇ। ਕਈਆਂ ਦੇ ਤਾਂ ਸਾਨੂੰ ਨਾਮ ਵੀ ਨਹੀਂ ਪਤਾ ਹੁੰਦੇ, ਔਰ ਕਈ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪ ਵੀ ਵਜਾਏ ਹੁੰਦੇ ਨੇ। ਆਪ ਵੀ ਅਸੀਂ ਨਿੱਕੀ ਉਮਰੇ ਸੰਗੀਤ ਕਰ ਰਹੇ ਹਾਂ। ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਨਿੱਕਾ ਹੁੰਦਾ ਮੈਂ ਕੀ ਕਰਦਾ ਹੁੰਦਾ ਸੀ ਕਿ ਘਰ ਦੇ ਵਿੱਚ ਜੇਕਰ ਕਿਤੇ ਕੋਈ ਚਾਹ ਪੱਤੀ ਦੇ ਖਾਲੀ ਡੱਬੇ ਹੋਣੇ, ਕੋਈ ਹੋਰ ਹੋਣੇ, ਅਤੇ ਜਾਂ ਫਿਰ ਕੌਲੀਆਂ ਹੋਣੀਆਂ, ਉਹਨਾਂ ਦੇ ਉੱਪਰ ਪਲਾਸਟਿਕ ਜਿਹੀ ਲਪੇਟ ਕੇ ਅਤੇ ਉਹ ਝਾੜੂ ਦੇ ਵਿੱਚੋਂ ਤੀਲਾਂ ਕੱਢ ਕੇ ਉਹਦੇ ਨਾਲ ਸੰਗੀਤ ਪੈਦਾ ਕਰਦਾ ਹੁੰਦਾ ਸੀ। ਪਰ ਉਦੋਂ ਇਹ ਨਹੀਂ ਸੀ ਪਤਾ ਹੁੰਦਾ ਕਿ ਕੁਝ ਇੱਦਾਂ ਦੇ ਹੀ ਸਾਡੇ ਲੋਕ ਸਾਜ਼ ਵੀ ਨੇ। ਗੱਲਾਂ ਤੇ ਗੀਤ ਵਿੱਚ ਅੱਜ ਅਸੀਂ ਲੋਕ ਸਾਜ਼ਾਂ ਦੀ ਗੱਲ ਕਰਨੀ ਹੈ। ਇਹ ਉਹ ਲੋਕ ਸਾਜ਼ ਨੇ ਕਿ ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਔਰ ਸਾਡੀ ਜ਼ਿੰਦਗੀ ਦੇ ਨਾਲ ਇਹ ਜੁੜੇ ਹੋਏ ਨੇ। ਅਕਸਰ ਸਾਡੀਆਂ ਖੁਸ਼ੀਆਂ ਦੇ ਵਿੱਚ, ਸਾਡੀਆਂ ਗਮੀਆਂ ਦੇ ਵਿੱਚ ਇਹ ਸਾਜ਼ ਸਾਡਾ ਸਾਥ ਦਿੰਦੇ ਨੇ। ਔਰ ਅੱਜ ਗੱਲਾਂ ਤੇ ਗੀਤ ਵਿੱਚ ਅਸੀਂ ਪੰਜਾਬ ਦੇ ਲੋਕ ਸਾਜ਼ਾਂ ਦੇ ਬਾਰੇ ਜ਼ਿਕਰ ਵੀ ਕਰਾਂਗੇ, ਫਿਕਰ ਵੀ ਕਰਾਂਗੇ। ਔਰ ਸਾਡੇ ਨਾਲ ਇਸ ਗੱਲਬਾਤ ਵਿੱਚ ਸਾਡੇ ਨਾਲ ਸੰਗੀਤ ਦੇ ਮਾਹਰ, ਸੰਗੀਤ ਦੇ ਇੱਕ ਬਹੁਤ ਵੱਡੇ ਗਿਆਤਾ ਪੂਨਮ ਸ਼ਰਮਾ ਜੀ ਸਾਡੇ ਨਾਲ ਨੇ, ਜਿਹੜੇ ਕਿ ਇੱਕ ਕਾਲਜ ਦੇ ਵਿੱਚ ਸੰਗੀਤ ਵਿਭਾਗ ਦੇ ਵਿੱਚ ਮੁਖੀ ਦੇ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਪੂਨਮ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਕਹਿੰਦੇ ਨੇ ਕਿ ਬੀਨ ਅਲਗੋਜ਼ੇ ਸਾਡੇ ਢੱਡ ਤੇ ਸਰੰਗੀਆਂ, ਸ਼ਰਮਾ ਦੇ ਵਾਂਗੂ ਲਾ ਕੇ ਕਿੱਲੀਆਂ ਤੇ ਟੰਗੀਆਂ, ਤਾਰ ਤਾਰ ਹੋਈ ਸਾਡੀ ਬਾਬੇ ਦੀ ਰਬਾਬ ਨੂੰ, ਉਹ ਸਾਂਭ ਲਓ ਪੰਜਾਬੀਓ ਆਪਣੇ ਪੰਜਾਬ ਨੂੰ। ਸਾਡਾ ਸੰਗੀਤ ਜਿਹੜਾ ਬਹੁਤ ਅਮੀਰ ਹੈ। ਸਭ ਤੋਂ ਪਹਿਲਾਂ ਤਾਂ ਇਹੀ ਜਾਣਾਂਗੇ ਕਿ ਇਸ ਸੰਗੀਤ ਦੀ ਉਤਪਤੀ ਕਿੱਦਾਂ ਹੋਈ ਹੈ, ਇਹ ਪੈਦਾ ਕਿੱਥੋਂ ਹੋਇਆ, ਕਿੱਥੋਂ ਸਾਡੇ ਜੀਵਨ 'ਚ ਆ ਗਿਆ? ਸੰਗੀਤ ਇੱਕ ਇਲਾਹੀ ਕਲਾ ਹੈ, ਅਤੇ ਜਿਹੜੀ ਚੀਜ਼ ਇਲਾਹੀ ਹੈ ਉਸ ਦਾ ਮੁੱਢ, ਉਸ ਦਾ ਮੂਲ ਵੀ ਕੋਈ ਪਰਵਰਦਿਗਾਰ ਹੀ ਹੋਵੇਗਾ ਜੀ। ਔਰ ਸਾਰੀਆਂ ਕਲਾਵਾਂ, ਜਿੰਨੀਆਂ ਵੀ ਕਲਾਵਾਂ ਮੰਨੀਆਂ ਗਈਆਂ, ਉਹਨਾਂ ਵਿੱਚੋਂ ਸਭ ਤੋਂ ਸਰਵੋਤਮ ਸ਼੍ਰੇਸ਼ਠ ਕਲਾ ਸੰਗੀਤ ਕਲਾ ਮੰਨੀ ਗਈ ਹੈ। ਅਤੇ ਕਲਾ ਦੀ ਉਤਪਤੀ ਕਿਸੇ ਇੱਕ ਬੰਦੇ ਦੀ ਜਾਂ ਕਿਸੇ ਇੱਕ ਦਿਨ ਦੀ ਕਰਾਮਾਤ ਤਾਂ ਨਹੀਂ ਜੀ। ਇਹ ਅਨੇਕਾਂ ਚਰਨਾਂ ਦੇ ਵਿੱਚੋਂ ਲੰਘਦਾ ਹੋਇਆ, ਅਨੇਕ ਵਿਦਵਾਨਾਂ ਦੇ ਇਹਦੇ ਵਿੱਚ ਜਿਹੜੇ ਨੇ ਵਿਚਾਰ, ਉਹਨਾਂ ਦੀ ਸੋਚ ਹੈ ਨਾ, ਔਰ ਉਹਦੇ ਸਦਕਾ ਇਹਦੇ ਵਿੱਚ ਪਰਿਵਰਤਨ ਆਉਂਦਾ ਗਿਆ, ਨਵੀਨਤਾ ਆਉਂਦੀ ਗਈ। ਔਰ ਅੱਜ ਸੰਗੀਤ ਕਲਾ ਜਿਸ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ, ਜਿਵੇਂ ਪਹਿਲੇ ਵੀ ਕਿਹਾ, ਕੋਈ ਇੱਕ ਦਿਨ ਦੀ ਕਰਾਮਾਤ ਤਾਂ ਹੈ ਨਹੀਂ। ਬਿਲਕੁਲ ਬਿਲਕੁਲ। ਔਰ ਇਹ ਬੜੀ ਲੰਬੀ ਇੱਕ ਪ੍ਰਕਿਰਿਆ ਹੈ। ਬਿਲਕੁਲ, ਬੜੀ ਲੰਬੀ ਪ੍ਰਕਿਰਿਆ। ਔਰ ਕਹਿੰਦੇ ਨੇ ਕਿ ਇਹਦੀ ਉਤਪਤੀ ਬ੍ਰਹਮਾ ਤੋਂ ਹੋਈ। ਔਰ ਵੇਦਾਂ ਵਿੱਚ ਇਹਦਾ ਜ਼ਿਕਰ ਆਉਂਦਾ ਕਿ ਵੇਦਾਂ 'ਚੋਂ, ਕਈ ਮੰਨਦੇ ਨੇ ਵੇਦਾਂ 'ਚੋਂ ਉਤਪਤੀ ਹੋਈ। ਪਰ ਜੇ ਵੇਦਾਂ ਤੋਂ ਉਤਪਤੀ ਤਾਂ ਨਹੀਂ ਹੋ ਸਕਦੀ, ਕਿਉਂਕਿ ਵੇਦਾਂ ਵਿੱਚ ਇਹਦਾ ਵਰਣਨ ਹੋ ਸਕਦਾ, ਉਹ ਹੱਥ ਲਿਖੇ ਗਏ ਨੇ ਉਹ, ਅਤੇ ਜਿਹੜੀ ਚੀਜ਼ ਲਿਖੀ ਗਈ ਉਹਦੇ ਵਿੱਚੋਂ ਕੋਈ ਚੀਜ਼ ਪੈਦਾ ਨਹੀਂ ਹੋ ਸਕਦੀ ਸਿਵਾਏ ਉਹਦੇ ਰਸ ਦੇ, ਉਹਦੇ ਆਨੰਦ ਦੇ। ਇੱਕ ਮਾਨਤਾ ਦੇ ਅਨੁਸਾਰ ਸੰਗੀਤ ਦੀ ਦੇਵੀ ਸਰਸਵਤੀ ਹੈ, ਜਿਸ ਤੋਂ ਇਹ ਵਿਦਿਆ ਗੰਧਰਵਾਂ ਅਪਸਰਾਵਾਂ ਨੇ ਗ੍ਰਹਿਣ ਕੀਤੀ, ਅਤੇ ਭਰਤ ਮੁਨੀ ਵੀ ਉਹਨਾਂ ਵਿੱਚੋਂ ਇੱਕ ਹੋਏ, ਜਿਨ੍ਹਾਂ ਨੇ ਇਹ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਨਾਟ ਸ਼ਾਸਤਰ ਜਿਹੜਾ ਗ੍ਰੰਥ ਹੈ ਉਹ ਲਿਖਿਆ ਜੀ। ਇੱਕ ਹੋਰ ਮਤ ਦੇ ਹਿਸਾਬ ਨਾਲ ਹਜ਼ਰਤ ਮੂਸਾ, ਉਹਨਾਂ ਨੂੰ ਕਿਸੇ ਫਰਿਸ਼ਤੇ ਦਾ ਇਲਾਹੀ ਸੰਦੇਸ਼ ਹੋਇਆ ਕਿ ਆਪਣਾ ਜੋ ਕਾਸਾ ਹੈ ਉਸ ਨੂੰ ਚਕੋਰ ਪੱਥਰ ਜੋ ਤੋਹਫੇ ਦੇ ਰੂਪ ਵਿੱਚ ਉਸ ਫਰਿਸ਼ਤੇ ਨੇ ਦਿੱਤਾ ਸੀ ਹਜ਼ਰਤ ਮੂਸਾ ਨੂੰ, ਉਹਦੇ ਉੱਤੇ ਮਾਰੋ ਅਤੇ ਪਾਣੀ ਮਿਲੇਗਾ। ਹਜ਼ਰਤ ਮੂਸਾ ਨੇ ਉਹ ਕਾਸਾ ਜਿਹੜਾ ਹੈ ਉਹ ਪੱਥਰ 'ਤੇ ਮਾਰਿਆ। ਕਹਿੰਦੇ ਨੇ ਉਸ ਪੱਥਰ ਦੇ 7 ਟੋਟੇ ਹੋਏ, 7 ਟੋਟਿਆਂ ਦੇ ਵਿੱਚੋਂ 7 ਚਸ਼ਮੇ ਫੁੱਟੇ, ਅਤੇ ਉਹਨਾਂ ਚਸ਼ਮਿਆਂ ਵਿੱਚੋਂ ਜਿਹੜੀਆਂ ਧੁਨੀਆਂ ਪੈਦਾ ਹੋਈਆਂ 7, ਉਹੀ ਸੰਗੀਤ ਦੇ 7 ਸੁਰ ਬਣੇ। ਕੀ ਬਾਤ ਹੈ, ਕੀ ਬਾਤ। ਔਰ ਦੇਖੋ, ਇੱਥੇ ਹੀ ਬਸ ਨਹੀਂ, ਜੇ ਸੰਗੀਤ ਦੀ ਉਤਪਤੀ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਯੂਨਾਨ ਦੇ ਵਿੱਚ ਕਹਿੰਦੇ ਇੱਕ ਪੰਛੀ ਹੁੰਦਾ, ਉਸਨੂੰ ਮੂਸੀਕਾਰ ਕਹਿੰਦੇ, ਅਤੇ ਜਿਵੇਂ ਸਾਡੇ ਫਨਕਾਰ ਹੁੰਦੇ ਉਹ ਮੂਸੀਕਾਰ, ਅਤੇ ਫੈਨਿਕਸ, ਅੰਗਰੇਜ਼ੀ 'ਚ ਉਹਨੂੰ ਫੈਨਿਕਸ ਕਹਿੰਦੇ ਨੇ ਕਿ ਉਹਦੀ ਚੁੰਝ ਵਿੱਚ 7 ਛੇਦ ਹੁੰਦੇ ਨੇ। ਅੱਛਾ। ਉਹਨਾਂ ਜਦੋਂ ਉਹ ਬੋਲਦਾ, ਉਹਨਾਂ ਛੇਕਾਂ ਵਿੱਚੋਂ ਜਦ ਹਵਾ ਲੰਘਦੀ ਹੈ ਅਤੇ ਉਹ 7 ਧੁਨੀਆਂ ਪੈਦਾ ਕਰਦੇ, ਜਿੱਦਾਂ ਵੰਜਲੀ ਦੇ ਵਿੱਚੋਂ, ਜਿਵੇਂ ਵੰਜਲੀ ਦੇ ਵਿੱਚੋਂ ਉਹੀ 7 ਸੁਰ ਜਿਹੜੇ ਸਾਰੇ ਸੰਗੀਤ ਦਾ ਸਾਡੇ ਆਧਾਰ ਬਣੇ ਜੀ। ਔਰ ਜੇ ਆਪਾਂ ਗੱਲ ਕਰੀਏ ਪੰਛੀਆਂ ਤੋਂ, ਤੇ ਸਿਰਫ ਇਹ ਤਾਂ ਯੂਨਾਨ ਦੇ ਇੱਕ ਪੰਛੀ ਦੀ ਗੱਲ ਹੋਈ।
ਅਦਰਵਾਈਜ਼ ਹੋਰ ਕਿਤਾਬਾਂ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ ਕਿ ਵੱਖ-ਵੱਖ ਜਾਨਵਰਾਂ ਦੀਆਂ ਆਵਾਜ਼ਾਂ ਵੀ ਇਹਨਾਂ 7 ਸੁਰਾਂ ਦੀ ਉਤਪੱਤੀ ਵਿੱਚ ਉਹਨਾਂ ਦਾ ਵੀ ਯੋਗਦਾਨ ਰਿਹਾ। ਜਿਵੇਂ ਕਹਿੰਦੇ ਨੇ 7 ਸੁਰਾਂ ਦੀ ਉਤਪੱਤੀ ਜਿਹੜੇ ਪੰਛੀਆਂ ਤੋਂ ਹੋਈ, ਆਖੇ ਜਿਹੜਾ ਸਾ ਹੈ ਉਹ ਮੋਰ ਤੋਂ ਆਇਆ, ਰੇ ਚਾਤਕ ਤੋਂ ਆਇਆ, ਗਾ ਬੱਕਰੇ ਤੋਂ, ਜਿਹਨੂੰ ਬੱਕਰੇ ਨੂੰ ਆਪਾਂ ਨਾਰਮਲੀ ਬੱਕਰੇ ਦੀ ਆਵਾਜ਼ ਨੂੰ ਸੰਗੀਤ ਉਪਯੋਗੀ ਮੰਨਦੇ ਨੇ ਜੀ 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 ਕਿ ਬੱਕਰੇ ਤੋਂ ਜਿਹੜਾ ਗਾ ਹੈ। ਮਾਂ ਕਹਿੰਦੇ ਕਾਂ ਦੀ ਆਵਾਜ਼, ਅੱਛਾ, ਪਾ ਪੰਚਮ ਕੋਇਲ ਤੋਂ, ਏਦਾਂ ਦਹਿਵਤ ਡੱਡੂ ਦੀ ਆਵਾਜ਼ ਤੋਂ, ਤੇ ਨਿਸ਼ਾਦ ਹਾਥੀ ਦੀ ਆਵਾਜ਼ ਤੋਂ। ਕੀ ਬਾਤ। ਤੇ ਕੁੱਲ ਮਿਲਾ ਕੇ ਜੇ ਆਪਾਂ ਕਿਹਾ ਜਾਏ ਕਿ ਜੇ ਸਾਰੇ ਸੁਰ ਇਹਨਾਂ ਪੰਛੀਆਂ, ਚਸ਼ਮਿਆਂ, ਜਾਨਵਰਾਂ ਦੀਆਂ ਆਵਾਜ਼ਾਂ ਤੋਂ ਬਣੇ ਤੇ ਆਦਮੀ ਕੋਲ ਆਪਣੀ ਕੋਈ ਆਵਾਜ਼ ਨਹੀਂ ਸੀ। ਬਿਲਕੁਲ ਬਿਲਕੁਲ, ਵਾਕਈ ਨਹੀਂ ਹੋਵੇਗੀ। ਤੇ ਉਹਨੇ ਇਹਨਾਂ ਪ੍ਰਕਿਰਤੀ ਦੇ ਜਿਹੜੇ ਵੱਖ-ਵੱਖ ਜਾਨਵਰ ਜਾਂ ਉਹਦੇ ਸਾਧਨ ਨੇ, ਬਨਸਪਤੀ ਹੈ, ਜਲਵਾਯੂ ਹੈ, ਚਸ਼ਮੇ, ਪਾਣੀ, ਹਵਾਵਾਂ, ਉਹਨਾਂ ਦੇ ਸੁਰਾਂ ਤੋਂ ਸੁਰ ਗ੍ਰਹਿਣ ਕੀਤੇ, ਉਹਦੀ ਆਵਾਜ਼ ਨੂੰ ਉਹਨੇ ਵਿਕਾਸ ਕੀਤਾ, ਢਾਲਿਆ, ਤੇ ਅੱਜ ਅਸੀਂ ਤੁਸੀਂ ਬੈਠ ਕੇ ਗੱਲਾਂ ਕਰ ਰਹੇ ਹਾਂ। ਬਿਲਕੁਲ ਜੀ। ਔਰ ਸੱਚਮੁੱਚ ਜੇਕਰ ਅਸੀਂ ਮਨੁੱਖ ਦੀ ਗੱਲ ਕਰਦੇ ਹਾਂ, ਮਨੁੱਖ ਦੇ ਵਿੱਚ ਸਿੱਖਣ ਦੀ ਪ੍ਰਵਿਰਤੀ ਕਿੰਨੀ ਹੈ, ਆਲੇ ਦੁਆਲੇ ਤੋਂ ਬਹੁਤ ਕੁਝ ਸਿੱਖਦਾ ਹੈ। ਇਹਨਾਂ ਸਾਰਿਆਂ ਜੀਵ ਜੰਤੂਆਂ ਦੇ ਕੋਲੋਂ ਜੋ 7 ਸੁਰ ਲਏ ਔਰ ਉਹਨਾਂ 7 ਸੁਰਾਂ ਦੇ ਵਿੱਚ ਆਪਣੀ ਆਵਾਜ਼ ਨੂੰ ਮਿਲਾਇਆ ਔਰ ਕਿੰਨਾ ਖੂਬਸੂਰਤ ਉਹ ਗਾਉਣ ਲੱਗ ਪਿਆ। ਔਰ ਜੇਕਰ ਮੈਂ ਗੱਲ ਕਰਾਂ ਪੂਨਮ ਸ਼ਰਮਾ ਹੋਣਾ ਦੀ, ਇਹਨਾਂ ਨੂੰ ਅਸੀਂ ਅੱਜ ਹੀ ਨਹੀਂ ਇੱਥੇ ਗੱਲਾਂ ਤੇ ਗੀਤ ਵਿੱਚ ਜਾਣਨ ਲੱਗੇ, ਬਹੁਤ ਦੇਰ ਤੋਂ ਜਾਣਦੇ ਆ। ਔਰ ਅਸੀਂ ਇੱਕ ਦੂਸਰੇ ਦੇ ਆਮੋ ਸਾਹਮਣੇ ਵੀ ਹੁੰਦੇ ਰਹੇ ਕੰਪੀਟੀਸ਼ਨਾਂ ਦੇ ਵਿੱਚ, ਔਰ ਮੈਨੂੰ ਇਸ ਗੱਲ ਦਾ ਬੜਾ ਸਕੂਨ ਹੁੰਦਾ ਸੀ। ਔਰ ਕੀ ਅਸੀਂ ਤੁਹਾਡੇ ਕੋਲ ਕਈ ਵਾਰ ਹਾਰ ਜਾਂਦੇ ਹੁੰਦੇ ਸੀ, ਪਰ ਇਸ ਗੱਲ ਦਾ ਸਕੂਨ ਹੁੰਦਾ ਸੀ ਕਿ ਚਲੋ ਕੋਈ ਪਾਰਸ਼ੈਲਿਟੀ ਤਾਂ ਨਹੀਂ ਹੋਈ। ਸੁਰਾਂ ਦੇ ਨਾਲ ਸ਼ੁਰੂਆਤ ਅਸੀਂ ਕਰਨੀ ਚਾਹਾਂਗੇ, ਕੁਝ ਸੁਣਨਾ ਚਾਹਾਂਗੇ ਤੁਹਾਡੇ ਕੋਲ ਪਹਿਲਾਂ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਸੰਗੀਤਾਂ ਤੇ ਸਾਜ਼ਾਂ ਤੇ ਆਵਾਂਗੇ। ਬਿਲਕੁਲ। ਆਪਾਂ ਪੰਛੀਆਂ ਪਸ਼ੂਆਂ ਦੀ ਗੱਲ ਕੀਤੀ ਹੈ, ਉਹਨਾਂ ਤੋਂ ਸੰਗੀਤ ਹੈ, ਤੇ ਮੈਂ ਪੰਜਾਬ ਦਾ ਲੋਕ ਗੀਤ ਹੈ ਮਾਈਆ, ਉਹ ਕਾਂ ਦੀ ਹੋਈ ਗੱਲ ਕਰਾਂਗੇ ਅਸੀਂ, ਹੈ ਨਾ? ਬਿਲਕੁਲ ਬਿਲਕੁਲ ਜੀ। ਕਾਵਾਂ ਵੇ ਉੱਡ ਕਾਵਾਂ ਵੇ ਕਿਤੋਂ ਲੱਭ ਕੇ ਲਿਆ ਸਿਰਨਾਵਾਂ, ਕਾਵਾਂ ਵੇ ਉੱਡ ਕਾਵਾਂ ਵੇ ਕਿਤੋਂ ਲੱਭ ਕੇ ਲਿਆ ਸਿਰਨਾਵਾਂ, ਜਾਂਦੀ ਵਾਰੀ ਦੱਸ ਨਾ ਗਿਆ, ਬਹੁਤ ਖੂਬ, ਜਾਂਦੀ ਵਾਰੀ ਦੱਸ ਨਾ ਗਿਆ, ਵੇ ਮੈਂ ਚਿੱਠੀਆਂ ਕਿਧਰ ਨੂੰ ਪਾਵਾਂ, ਕਾਵਾਂ ਉੱਡ ਕਾਵਾਂ ਕਿਤੋਂ ਲੱਭ ਕੇ ਲਿਆ ਸਿਰਨਾਵਾਂ। ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ। ਔਰ ਜੇਕਰ ਅਸੀਂ ਗੱਲ ਕਰਦੇ ਹਾਂ ਹੁਣ, ਇਹ ਫੋਕ ਸੌਂਗ ਤੁਸੀਂ ਸਾਨੂੰ ਸੁਣਾਇਆ, ਲੋਕ ਗੀਤ ਸੁਣਾਇਆ, ਔਰ ਜੇਕਰ ਅਸੀਂ ਗੱਲ ਕਰੀਏ ਲੋਕ ਸੰਗੀਤ ਦੀ, ਤੇ ਇਹ ਲੋਕ ਸੰਗੀਤ ਜਿਹੜਾ ਸਾਡਾ ਆਪਣਾ ਲੋਕ ਸੰਗੀਤ, ਇਹ ਕੀ ਹੈ? ਲੋਕ ਸੰਗੀਤ ਮੈਂ ਗਾਇਆ, ਤੁਸੀਂ ਤਾੜੀ ਦੇ ਰਹੇ ਹੋ, ਮੈਂ ਚੁਟਕੀ ਦੇ ਰਹੀ ਹਾਂ, ਇਹਦੀ ਕੋਈ ਟ੍ਰੇਨਿੰਗ ਹੋਈ, ਕਿਤੋਂ ਸਿਖਾਇਆ ਗਿਆ? ਨਹੀਂ, ਆਪਣੇ ਆਪ ਉਪਜਿਆ, ਆਪ ਮੁਹਾਰੇ ਉਪਜਿਆ, ਇਹੀ ਲੋਕ ਸੰਗੀਤ ਹੈ। ਕੀ ਬਾਤ ਹੈ। ਤੇ ਜੇਕਰ ਆਪਾਂ ਇਹਦਾ ਸ਼ਾਬਦਿਕ ਅਰਥ ਦੀ ਗੱਲ ਕਰੀਏ ਤਾਂ ਲੋਕ ਸੰਗੀਤ, ਲੋਕ ਜਮਾ ਸੰਗੀਤ, 2 ਲਫ਼ਜ਼ਾਂ ਤੋਂ ਮਿਲ ਕੇ ਬਣਿਆ। ਲੋਕ ਯਾਨੀ ਅਸੀਂ ਤੁਸੀਂ, ਜਨ ਸਧਾਰਨ, ਹੈ ਨਾ, ਔਰ ਲੋਕ ਇੱਕ ਸਮੂਹਵਾਚੀ ਸ਼ਬਦ ਹੈ ਨਾ ਜੀ। ਸੰਗੀਤ ਵੀ ਇੱਕ ਸਮੂਹਵਾਚੀ ਸ਼ਬਦ ਹੈ। ਕਹਿੰਦੇ ਸਮ ਜਮਾ ਗੀਤ, ਹਾਂਜੀ, ਯਾਨੀ ਗਾਇਨ, ਵਾਦਨ, ਨ੍ਰਿਤ, ਇਹਨਾਂ ਤਿੰਨਾਂ ਦੇ ਸੁਮੇਲ ਨੂੰ ਸੰਗੀਤ ਕਹਿੰਦੇ ਨੇ। ਯਾਨੀ ਲੋਕਾਂ, ਆਮ ਲੋਕਾਂ ਵਿੱਚ ਜਦੋਂ ਗਾਉਣ, ਵਾਦਨ, ਨ੍ਰਿਤ ਹੁੰਦਾ ਹੈ, ਉਹ ਲੋਕ ਸੰਗੀਤ ਦਾ ਰੂਪ ਧਾਰਨ ਕਰ ਜਾਂਦਾ ਹੈ, ਜਿਸ ਦਾ ਕੋਈ ਰਚੈਤਾ ਨਹੀਂ, ਆਮ ਬੰਦਾ ਇਹਦਾ ਰਚੈਤਾ ਹੈ। ਆਮ ਲੋਕਾਂ ਲਈ, ਆਮ ਲੋਕਾਂ ਰਾਹੀਂ ਹੀ, ਆਮ ਲੋਕਾਂ ਦੇ ਵਿੱਚ ਜਿਹੜਾ ਪ੍ਰਗਟ ਹੁੰਦਾ ਹੈ, ਉਹ ਲੋਕ ਸੰਗੀਤ ਹੈ। ਬਿਲਕੁਲ ਜੀ। ਔਰ ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਸਮਝਾ ਰਹੇ ਹੋ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਕਲਾਸ ਲੱਗੀ ਹੋਈ ਹੈ ਔਰ ਉਹਦੇ ਵਿੱਚ ਅਸੀਂ ਪੂਰੀ ਅੱਜ ਸੰਗੀਤ ਦੀ ਟ੍ਰੇਨਿੰਗ ਲੈ ਲੈਣੀ ਆ। ਇੱਕ ਹੋਰ ਗੱਲ ਕਰੀਏ, ਹੁਣ ਜਦੋਂ ਤੁਸੀਂ ਗੱਲ ਕਰਦੇ ਸੀ ਚੁਟਕੀ ਦੀ, ਹਾਂਜੀ, ਮੈਂ ਤਾੜੀ ਦੇ ਨਾਲ ਤੁਹਾਡਾ ਸਾਥ ਦੇ ਰਿਹਾ ਸੀਗਾ। ਇਹ ਜਿਹੜੇ ਸਾਡੇ ਲੋਕ ਸਾਜ਼ ਆ, ਇਹ ਕਿੱਥੋਂ ਆ ਗਏ? ਇਹ ਕਿੱਥੋਂ ਸਾਡੇ ਜੀਵਨ ਦੇ ਵਿੱਚ ਸ਼ਾਮਲ ਹੋ ਗਏ? ਇਹ ਕਿੱਦਾਂ ਬਣ ਗਏ? ਯੋਗੀ ਜੀ, ਪੰਛੀਆਂ ਨੂੰ ਆਲਣੇ ਪਾਉਣੇ ਕੌਣ ਸਿਖਾਉਂਦਾ? ਆਹਾ, ਬਿਲਕੁਲ ਬਿਲਕੁਲ, ਇਸੇ ਤਰੀਕੇ ਨਾਲ ਲੋਕ ਸੰਗੀਤ ਹੈ। ਕੌਣ ਬੱਚੇ ਨੂੰ ਆਪੇ ਹੀ ਸਿਖਾਉਂਦਾ ਕਿ ਤਾੜੀਆਂ ਵਜਾਉਂਦਾ ਹੈ ਉਹ ਖੁਸ਼ੀ ਦੇ ਵਿੱਚ? ਛੋਟੇ ਹੁੰਦੇ ਨਿੱਕੇ ਬੱਚੇ ਨੂੰ ਦੇਖਿਆ ਕਿ ਹੱਥ ਪੈਰ ਉਹਦੀ ਕਿੰਨੀ ਲਹਿ ਦੇ ਵਿੱਚ ਹਿਲਦੇ ਨੇ, ਉਹ ਕੌਣ ਸਿਖਾਉਂਦਾ? ਆ ਵੱਡਾ ਹੁੰਦਾ ਕਿਤੇ ਖੇਡਦਿਆਂ ਉਹ ਪੱਥਰ ਨਾਲ ਪੱਥਰ ਜਾਂ ਲੱਕੜੀ ਦੇ ਖਿਡੌਣਿਆਂ ਟਕ 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 ਮਾਰਦਾ ਹੈ, ਕੌਣ ਸਿਖਾਉਂਦਾ? ਹੁਣ ਜਦੋਂ ਬੱਚਾ ਘਰ ਜੰਮਿਆ, ਉਹ ਰੋਂਦਾ ਕੁਰਲਾਉਂਦਾ, ਮਾਂ ਉਹਨੂੰ ਪਰਚਾਉਣ ਲਈ ਕੌਲੀ ਦੇ ਉੱਤੇ ਚਮਚਾ ਖੜਕਾਉਂਦੀ ਹੈ, ਬਣ ਗਿਆ ਖਿਡੌਣਾ। ਅਸੀਂ ਖਿਡੌਣਾ ਬਣਾਇਆ, ਉਹ ਸਾਜ਼ ਬਣ ਗਿਆ, ਉਹਦੀ ਲੈਅ ਦੇ ਵਿੱਚ ਹੀ ਉਹ ਸੋ ਜਾਂਦਾ, ਸੁੱਤੇ ਪਏ ਨੂੰ ਥਪਕੀ ਦਿੰਦੀ ਹੈ ਇੱਕ ਲੈਅ ਦੇ ਵਿੱਚ, ਲੋਕ ਸਾਜ਼ ਬਣ ਗਿਆ, ਹੈ ਨਾ? ਬਿਲਕੁਲ। ਫਿਰ
ਪੱਤਾ ਤੋੜ ਕੇ ਗੋਲ ਕੀਤਾ ਮਾਰੀ, ਪੀਪਣੀ ਫੂਕ ਦੇ ਵਿੱਚ ਬਣ ਗਈ ਪੀਪਣੀ ਤੇ ਬਣ ਗਈ ਸੀਟੀ, ਲੋਕ ਸਾਜ਼ ਹੋਂਦ ਵਿੱਚ ਆ ਗਏ। ਵਿਗਿਆਨ ਮਗਰੋਂ ਜੁੜਿਆ, ਉਹਦੇ ਪਿੱਛੇ ਆਧਾਰ ਜੋ ਹੈ ਉਹ ਕਿਸੇ ਵੀ ਤਰੀਕੇ ਨਾਲ ਜੁੜਦੇ ਗਏ, ਲੇਕਿਨ ਪਣਪਿਆ ਇਹ ਸਾਡੇ ਵਿੱਚੋਂ ਹੀ। ਸਾਡੇ ਵਿੱਚੋਂ ਇਹ ਲੋਕ ਸਾਜ਼ ਨਿਕਲੇ ਨੇ। ਇੰਨੇ ਅਸੀਂ ਲੋਕ ਸਾਜ਼ ਦੇਖ ਵੀ ਰਹੇ ਹਾਂ। ਤੁਸੀਂ ਇੱਕ ਬਹੁਤ ਪਿਆਰ ਦੇ ਨਾਲ, ਸਲੀਕੇ ਦੇ ਨਾਲ ਇਹ ਲੋਕ ਸਾਜ਼ਾਂ ਨੂੰ ਸਾਂਭ ਕੇ ਰੱਖ ਰਹੇ ਹੋ ਔਰ ਅਗਲੀ ਪੀੜ੍ਹੀ ਤੱਕ ਵੀ ਲੈ ਕੇ ਜਾ ਰਹੇ ਹੋ। ਜੇਕਰ ਅਸੀਂ ਗੱਲ ਕਰੀਏ ਕਿ ਇਹਨਾਂ ਦੀ ਪਿਛੋਕੜ ਦੀ, ਸਾਡੇ ਇਤਿਹਾਸ ਦੀ, ਹੁਣ ਜਿਵੇਂ ਤੁਸੀਂ ਕਿਹਾ ਸੀ ਕਿ ਬੱਚੇ ਨੂੰ ਸਲਾਉਣਾ, ਉਹਦੀ ਮਾਂ ਦੀ ਇੱਕ ਮਜਬੂਰੀ ਸੀ ਕਿ ਉਹਨੇ ਬੱਚੇ ਨੂੰ ਸਲਾ ਕੇ ਉਹ ਆਪਣੇ ਕੋਈ ਕੰਮਕਾਰ ਵੀ ਕਰਨੇ ਆ, ਹੋਰ ਘਰ ਦਾ ਸਾਰਾ ਕੰਮ ਕਰਨਾ ਹੈ, ਔਰ ਉਹਦੀ ਥਪਕੀ ਸੰਗੀਤ ਬਣ ਜਾਂਦੀ ਹੈ, ਉਹਦਾ ਕੌਲੀ ਤੇ ਚਮਚਾ ਜਿਹੜਾ ਉਹ ਬਣ ਜਾਂਦਾ ਹੈ, ਸਾਜ਼ ਬਣ ਜਾਂਦਾ ਹੈ, ਛੜਕਣਾ ਬਣ ਜਾਂਦਾ ਹੈ, ਛੜਕਣਾ ਬਣ ਜਾਂਦਾ ਹੈ ਨਾ। ਤੇ ਇਸੇ ਤਰ੍ਹਾਂ ਇਹ ਇਤਿਹਾਸ ਇਹਨਾਂ ਸਾਜ਼ਾਂ ਦਾ, ਸਾਡੇ ਜਿਹੜੇ ਲੋਕ ਸਾਜ਼ ਆ ਉਹਨਾਂ ਦਾ ਕੋਈ ਇਤਿਹਾਸਿਕ ਪਿਛੋਕੜ ਵੀ ਹੈ, ਅਸੀਂ ਉਹਦੇ ਬਾਰੇ ਵੀ ਜਾਣਨਾ ਚਾਹਾਂਗੇ। ਬਿਲਕੁਲ, ਆਪਾਂ ਜਿੱਦਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਲੋਕ ਸਾਜ਼ ਬਣਦਾ ਕਿਵੇਂ ਹੈ, ਉਸੇ ਹੀ ਤਹਿਤ ਆਉਂਦਾ ਕਿ ਸਾਡੇ ਪੰਜਾਬ ਦੇ, ਜਿਵੇਂ ਅਸੀਂ ਲੋਕ ਸਾਜ਼ਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਸਾਜ਼ਾਂ ਦੇ ਵਿੱਚ ਸੁਆਣੀ ਹੈ, ਜਿਵੇਂ ਇਤਿਹਾਸਿਕ ਪਿਛੋਕੜ ਤੋਂ ਪਹਿਲਾਂ ਸਾਨੂੰ ਸਮਾਜਿਕ ਜੀਵਨ ਦੇ ਵਿੱਚ ਵੀ ਇੱਕ ਝਾਤ ਪਾਉਣੀ ਪਏਗੀ, ਹੈ ਨਾ। ਸੁਆਣੀ ਬੱਚਾ ਸਵਾ ਲਿਆ ਉਹਨੇ ਬੀਟ ਦੇ ਕੇ, ਹੁਣ ਉਹ ਮਧਾਣੀ ਦੇ ਵਿੱਚ ਆਪਣਾ ਜੋ ਹੈ ਕਰ ਰਹੀ ਹੈ, ਲੱਸੀ ਛੋੜ ਰਹੀ ਹੈ, ਉਹਦੀਆਂ ਵੰਗਾਂ ਜਿਹੜੀਆਂ ਨੇ ਉਹ ਸੰਗੀਤ ਦੇ ਰਹੀਆਂ, ਉਹਦੇ ਸੰਗੀਤ ਦੇ ਆਨੰਦ ਵਿੱਚ ਫਿਰ ਉਹ ਮਧਾਣੀ ਦੇ ਰੜਕਣ ਦੀ ਆਵਾਜ਼ ਹੈ, ਹਾਂ ਬਸ ਕੰਮ ਚਾਟੀ ਚ ਮਧਾਣੀ ਵੱਜਦੀ ਤੇ ਉਹਦੀ ਲੈ ਦੇ ਵਿੱਚ ਫਿਰ ਉਹ ਕੰਮ ਪੌੜੀਆਂ ਤੋਂ ਫਿਰ ਇਹ ਭੱਜਦੀ ਹੈ ਨਾ, ਉਹ ਸਾਰੀ ਲੈ ਦੇ ਵਿੱਚ ਵੱਜੀ, ਉਹ ਸਾਰੇ ਘਰ ਦੇ ਕੰਮ ਮੁਕਾ ਦਿੰਦੀ ਹੈ। ਇਹ ਸੰਗੀਤ ਹੀ ਹੈ ਜਿਹੜਾ ਉਹਦੇ ਨਾਲ ਚੱਲਦਾ ਰਹਿੰਦਾ ਹੈ ਨਾ। ਫਿਰ ਉਸ ਤੋਂ ਬਾਅਦ ਉਹ ਨਿਕਲੀ ਆਪਣੇ ਡੰਗਰ ਡੌਰ ਕਰਨੇ ਆ, ਉਹਨਾਂ ਦੇ ਗਲਾਂ ਵਿੱਚ ਬੰਨੀਆਂ ਘੰਟੀਆਂ ਵੀ ਉਹ ਇਹੋ ਜਿਹਾ ਮਾਹੌਲ ਬਣਾਉਂਦੇ ਕਿ ਉਹ ਕੰਮ ਕਰਦੀ ਥੱਕਦੀ ਨਹੀਂ। ਜੀ 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 ਜੀ, ਹੈ ਕਿ ਨਹੀਂ? ਬਿਲਕੁਲ ਬਿਲਕੁਲ ਠੀਕ ਗੱਲ ਹੈ। ਤੇ ਕਿਤੇ ਘੜਾ ਪਾਣੀ ਭਰਨ ਗਈ ਹੈ ਤੇ ਵੇਲੀਆਂ ਖੜੀਆਂ ਨੇ, ਸਹੇਲੀਆਂ ਸਖੀਆਂ, ਉਹ ਮਾਰਿਆ ਘੜੇ ਤੇ ਹੱਥ ਤੇ ਉਹ ਤੇ ਆਪਣਾ ਹੀ ਗਾਉਣ ਗਾਈ ਜਾਂਦੀਆਂ ਨੇ, ਉਹ ਸਾਜ਼ ਬਣ ਗਿਆ ਉਹਨਾਂ ਦਾ। ਇਸੇ ਤਰੀਕੇ ਨਾਲ ਗੱਭਰੂ ਨੇ, ਉਹ ਕਿਤੇ ਹਾਸੇ ਠੱਠੇ ਮਖੌਲ ਚ ਬੈਠੇ ਨੇ, ਦੇਖਿਆ ਕਿ ਗਲਹਿਰੀ ਜੀ ਟੱਪੀ ਜਾਂਦੀ ਆ, ਉਹਦੀ ਸ਼ਕਲ ਵੇਖੀ, ਉਹਦੇ ਵਰਗਾ ਸਾਜ਼ ਬਣਾਤਾ। ਜਿਵੇਂ ਆ ਦੇਖੋ ਜੀ, ਆ ਸਾਡੀ ਕਾਟੋ ਹੈ, ਆ ਦੇ ਕਾਟੋ ਗਲਹਿਰੀ ਨੂੰ ਕਹਿੰਦੇ ਨੇ, ਆ ਦੇਖੋ ਪੂਰੀ ਉਹਦੀ ਪੂੰਛ ਹੈ। ਬਿਲਕੁਲ, ਤੇ ਉਹਨਾਂ ਦਾ ਆ ਜਿਹੜਾ ਇਹ ਕੁੱਲ ਮਿਲਾ ਕੇ ਸਿਰਫ ਖੇਤੀਬਾੜੀ ਹੀ ਨਹੀਂ, ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਸ਼ਿਲਪੀ ਵੀ ਹੈ। ਆ ਕਿੱਦਾਂ ਸੋਹਣਾ ਸ਼ਿਲਪ ਘੜਿਆ। ਬਿਲਕੁਲ ਬਿਲਕੁਲ ਬਿਲਕੁਲ, ਇਵੇਂ ਹੀ ਸੱਪ, ਹਾਂ ਭੰਗੜੇ ਦੇ ਵਿੱਚ ਵਰਤਦੇ ਆਪਾਂ ਨੂੰ। ਮਤਲਬ ਇਹਨਾਂ ਸਾਜ਼ਾਂ ਦਾ ਕਿਸ ਤਰੀਕੇ ਨਾਲ ਵਿਕਾਸ ਹੈ। ਔਰ ਜਦੋਂ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਕਿ ਸਾਡਾ ਇਤਿਹਾਸਿਕ ਪਿਛੋਕੜ ਪੰਜਾਬ ਦੇ ਲੋਕ ਸਾਜ਼ਾਂ ਦਾ ਕੀ ਹੈ, ਉਸ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਇੱਕ ਸਰਹੱਦੀ ਪ੍ਰਾਂਤ ਹੈ ਜੀ, ਔਰ ਕੁਦਰਤ ਦੀਆਂ ਐਸੀਆਂ ਨਿਯਮਤਾਂ ਨੇ ਇਸ ਪ੍ਰਾਂਤ ਨੂੰ ਕਿ ਰੁੱਤਾਂ ਵੀ ਸਮੇਂ ਸਿਰ ਆਉਂਦੀਆਂ ਜੀ। ਉਹ ਪਹਾੜਾਂ ਦੀ ਲਿਆਂਦੀ ਹੋਈ ਮਿੱਟੀ ਜਿਹੜੀ ਹੈ, ਉਹਦੇ ਨਾਲ ਜਰਖੇਜ਼ ਇਹ ਭੂਮੀ ਹਮੇਸ਼ਾ ਤੋਂ ਖਿੱਚ ਦਾ ਕੇਂਦਰ ਰਹੀ ਜੀ। ਬਿਲਕੁਲ, ਔਰ ਧਾੜਵੀਆਂ ਹਮਲਾਵਰਾਂ ਨੇ, ਕਿਉਂਕਿ ਇਹ ਉੱਤਰ ਭਾਰਤ ਦਾ ਪ੍ਰਵੇਸ਼ ਸਥਲ ਜਿਹਨੂੰ ਕਹਿ ਸਕਦੇ ਹਾਂ, ਇੱਥੋਂ ਹੀ ਆਗਮਨ ਹੋਇਆ ਔਰ ਬਾਰ-ਬਾਰ ਲਤਾੜਿਆ ਗਿਆ ਇੱਥੋਂ ਦੇ ਲੋਕਾਂ ਨੂੰ। ਹੁਣ ਜਦੋਂ ਹਮਲਾਵਰ ਹਮਲਾ ਕਰਦੇ ਨੇ ਤੇ ਇੱਕ ਕਬੀਲੇ ਤੋਂ ਦੂਜੇ ਕਬੀਲੇ ਤੱਕ ਸੂਚਨਾ ਪਹੁੰਚਾਉਣੀ ਵੀ ਜ਼ਰੂਰੀ ਹੈ। ਉਦੋਂ ਟਰਾਂਸਪੋਰਟੇਸ਼ਨ ਤਾਂ ਇੰਨੀ ਸੀਗੇ ਨਹੀਂ, ਸਾਧਨ ਨਹੀਂ ਸਨ, ਤੇ ਉਸ ਵਕਤ ਅਜਿਹੇ ਕਹਿੰਦੇ ਨਾ ਆਵਸ਼ਕਤਾ ਆਵਿਸ਼ਕਾਰ ਕੀ ਜਨਨੀ ਹੈ। ਬਿਲਕੁਲ, ਲੋੜ ਕਾਰਡ ਦੀ ਮਾਂ ਹੈ। ਬਿਲਕੁਲ, ਲੋੜ ਕਾਰਡ ਦੀ ਮਾਂ ਹੈ। ਤੇ ਉਹ ਸੂਚਨਾ ਪਹੁੰਚਾਉਣ ਲਈ ਕਿ ਧਾੜਵੀਆਂ ਇੱਥੇ ਹਮਲਾ ਕਰਤਾ, ਅਗਲੇ ਕਬੀਲੇ ਵਾਲੇ ਸੁਚੇਤ ਹੋ ਜਾਣ, ਤੇ ਉਹਨਾਂ ਨੇ ਜ਼ਮੀਨ ਪੁੱਟ ਕੇ, ਆਪਾਂ ਕਹਿੰਦੇ ਨਾ ਕਿ ਇਹ ਵੇਦਾਂ ਦੀ ਭੂਮੀ ਹੈ, ਸਪਤ ਸਿੰਧੂ ਹੈ, ਸੱਤ ਦਰਿਆਵਾਂ ਦੀ ਭੂਮੀ ਹੈ, ਤੇ ਇਹਨਾਂ ਦੇ ਸਾਜ਼ ਵੀ ਫਿਰ ਉਹੀ ਮਿੱਟੀ ਤੋਂ ਬਣੇ ਹੋਏ। ਉਹਨਾਂ ਮਿੱਟੀ ਵਿੱਚ ਟੋਇਆ ਪੱਟਿਆ, ਉਹਦੇ ਉੱਤੇ ਖਲ ਮੜੀ, ਪੈਂਸੇ ਦੀ ਜਾਂ ਜੋ ਵੀ ਸੀ ਉਹਦੀ ਖਲ ਮੜ ਕੇ ਉਹਦੇ ਉੱਤੇ ਜਦੋਂ ਉਹਦੀ ਪੂੰਛ ਨਾਲ ਜ਼ੋਰ ਦੀ ਪ੍ਰਹਾਰ ਕੀਤਾ ਤੇ ਉਹਦੀ ਧੁਨੀ ਪੈਦਾ ਹੋਈ। ਅੱਛਾ, ਉਹ ਧੁਨੀ ਦੂਸਰੇ ਕਬੀਲੇ ਤੱਕ ਪਹੁੰਚੀ, ਉਹ ਸੁਚੇਤ ਹੋ ਗਏ। ਇਸ ਤਰੀਕੇ ਨਾਲ ਇੱਕ ਜਿਹੜਾ ਮੁੱਢਲਾ ਸਾਜ਼, ਜਿਹਨੂੰ ਪਹਿਲਾਂ ਦੁਦੰਬੀ ਕਿਹਾ ਜਾਂਦਾ ਸੀ, ਉਹ ਨਗਾੜੇ ਦੇ ਰੂਪ ਵਿੱਚ ਸਾਡੇ ਪੰਜਾਬ ਦਾ ਲੋਕ ਸਾਜ਼ ਬਣ ਗਿਆ। ਕੀ ਬਾਤ ਹੈ। ਔਰ ਨਗਾੜਾ ਸਾਡੇ ਯੁੱਧਾਂ ਦਾ ਸ਼ਿੰਗਾਰ ਰਿਹਾ। ਬਿਲਕੁਲ, ਯੁੱਧਾਂ ਦਾ ਸ਼ਿੰਗਾਰ ਹੈ ਇਹ, ਜਿਹਨੂੰ ਕਿਸੇ ਰਾਜੇ ਮਹਾਰਾਜਿਆਂ ਦਾ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਚੜ੍ਹਤ ਦਾ ਵੀ ਪ੍ਰਤੀਕ ਹੈ। ਬਿਲਕੁਲ ਬਿਲਕੁਲ, ਰਾਜੇ ਮਹਾਰਾਜੇ ਨਿਕਲਦੇ ਸੀ, ਅੱਗੇ ਨਗਾੜੇ ਵੱਜਦੇ ਸੀਗੇ, ਭਾਈ ਸਾਰੇ ਆਬੋ ਆਵਾਮ ਨੂੰ ਸੂਚਨਾ ਮਿਲ ਜਾਵੇ। ਇਸੇ ਤਰੀਕੇ ਨਾਲ
ਯੁੱਧ ਦੇ, ਕਿਉਂਕਿ ਅਸੀਂ ਲੋਕ ਰਹੇ ਹਾਂ ਇੱਕ ਯੋਧੇ ਹਾਂ। ਜੀ ਜੀ, ਅਸੀਂ ਪੰਜਾਬੀ ਯੋਧੇ ਹਾਂ, ਬਿਲਕੁਲ ਬਿਲਕੁਲ ਬਹਾਦਰ ਹਾਂ, ਔਰ ਸਾਡੇ ਸਾਜ਼ਾਂ ਦੀ ਆਵਾਜ਼ ਦੱਸਦੀ ਹੈ। ਔਰ ਢੋਲ ਵੱਜਦਾ ਹੈ ਤੇ ਉਹ ਪਰੇ ਸੁਣਦਾ ਜਾ ਕੇ। ਸੁਣਦਾ ਸੱਚਮੁੱਚ। ਔਰ ਜਦੋਂ ਵੀ ਸਾਡੇ ਸਾਜ਼ ਵੱਜਦੇ ਨੇ, ਔਰ ਜਿੱਥੇ ਸਾਡੇ ਤਨ ਮਨ ਦੇ ਵਿੱਚ ਕਈ ਸਾਜ਼ ਐਸੇ ਵੀ ਹੁੰਦੇ ਨੇ ਕਿ ਜਿਹੜੇ ਜੋਸ਼ ਭਰਦੇ ਨੇ, ਜਦੋਂ ਨਗਾੜਾ ਵੱਜਦਾ ਹੈ ਔਰ ਉਹ ਪਤਾ ਲੱਗਦਾ ਕਿ ਹਾਂ ਕਿ ਹੁਣ ਰੌਂਗਟੇ ਫਿਰ ਖੜੇ ਹੋ ਜਾਂਦੇ ਨੇ, ਫਿਰ ਜੋਸ਼ ਨਾਲ ਬੰਦਾ ਭਰ ਜਾਂਦਾ ਹੈ। ਤੇ ਜੇਕਰ ਅਸੀਂ ਗੱਲ ਕਰੀਏ ਕਿ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਘਰਾਂ ਦੇ ਵਿੱਚ ਕੋਈ ਜਵਾਕ ਪੈਦਾ ਹੁੰਦਾ ਸੀਗਾ ਤੇ ਬੀਬੀਆਂ ਉਹ ਥਾਲੀ ਖੜਕਾਉਂਦੀਆਂ ਹੁੰਦੀਆਂ ਸੀਗੀਆਂ, ਹੈ ਨਾ, ਤੇ ਥਾਲੀ ਖੜਕਾ ਕੇ ਸਾਰਿਆਂ ਨੂੰ ਸੂਚਨਾ ਦੇ ਦਿੱਤੀ ਜਾਂਦੀ ਸੀਗੀ। ਉਹ ਵੀ ਆਪਣੇ ਕਿਸਮ ਦਾ ਇੱਕ ਲੋਕ ਸਾਜ਼ ਸੀਗਾ, ਔਰ ਉਹਦਾ ਜਿਹੜਾ ਆ ਕੋਈ ਇਹਨਾਂ ਸਾਡੇ ਸਾਜ਼ਾਂ ਦਾ ਕੋਈ ਵਿਗਿਆਨਕ ਮਹੱਤਵ ਵੀ ਸੀਗਾ, ਕੋਈ ਇਸੇ ਤਰ੍ਹਾਂ ਦਾ ਕੋਈ ਵਿਗਿਆਨ ਦੇ ਨਾਲ ਵੀ ਇਹ ਸਾਡੇ ਸਾਜ਼ ਜੁੜੇ ਰਹੇ ਆ। ਬਿਲਕੁਲ, ਨਿੱਕੇ ਨਿਆਣੇ ਦੇ ਜੰਮਣ ਤੇ ਖਾਸ ਕਰਕੇ ਕਾਂਸੇ ਦੀ ਥਾਲੀ ਵਜਾਉਣ ਦਾ ਰਿਵਾਜ ਰਿਹਾ, ਜਾਂ ਪਿੰਡਾਂ ਦੇ ਵਿੱਚ ਅਸੀਂ ਉਹਨੂੰ ਕਹੇ ਦੀ ਵੀ ਕਹਿੰਦੇ ਕਹੇ ਦੀ, ਹਾਂ ਬਿਲਕੁਲ, ਕਹੇ ਦੀ, ਪਿੱਤਲ ਦੀ ਕਾਂਸੀ, ਹੈ ਨਾ, ਇਹਨਾਂ ਨੂੰ ਵਜਾਉਣ ਦਾ ਸੀਗਾ। ਉਹਦੇ ਨਾਲ ਇੱਕ ਤਾਂ ਇਹ ਮਕਸਦ ਹੁੰਦਾ ਸੀ ਕਿ ਜਿਹੜੇ ਆਂਢ ਗੁਆਂਢ ਆ ਉਹਨਾਂ ਨੂੰ ਪਤਾ ਲੱਗ ਜੇ ਘਰ ਜਵਾਕ ਹੋਇਆ, ਹੈ ਨਾ। ਦੂਜਾ ਮਕਸਦ ਇਹ ਵੀ ਸੀ ਕਿ ਕਹਿੰਦੇ ਨੇ ਕਿ ਜਿਹੜੀ ਕਹਿਣ ਦੀ ਆਵਾਜ਼ ਹੈ ਨਾ, ਇਹ ਆਸ-ਪਾਸ ਦੇ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ। ਅੱਛਾ, ਤੁਸੀਂ ਦੇਖੋ ਪਹਿਲਾਂ ਸਾਡੀਆਂ ਜਿਹੜੇ ਪੰਜਾਬ ਦੀਆਂ ਰਸੋਈਆਂ ਹੁੰਦੀਆਂ ਸੀ ਜ਼ਿਆਦਾ ਕਹੇ ਦੇ ਭਾਂਡੇ ਹੁੰਦੇ ਸੀ, ਹੈ ਨਾ। ਆਹ ਸਟੀਲ ਤਾਂ ਹੁਣ ਇਹ ਤਾਂ ਬਾਅਦ ਵਿੱਚ ਆਏ, ਹਾਂਜੀ, ਪਰ ਹਾਲੇ ਵੀ ਕਈ ਪਰਿਵਾਰਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਚਲਨ ਹੈ, ਰਿਵਾਜ ਹੈ। ਉਹ ਜਿਹੜੀ ਕਹੇ ਦੀ ਥਾਲ ਵਜਾਉਣ ਦਾ ਜਿਹੜਾ ਇੱਕ ਵਿਗਿਆਨਿਕ ਮਤਲਬ ਇਹ ਸੀ ਕਿ ਇੱਕ ਇਹਦੀ ਆਵਾਜ਼ ਵਾਤਾਵਰਨ ਸ਼ੁੱਧ ਕਰਦੀ ਹੈ। ਉੱਤੋਂ ਅਜਿਹੇ ਲੋਕ ਵਿਸ਼ਵਾਸ ਵੀ ਰਹੇ ਨੇ ਕਿ ਕਹੇ ਦੀ ਆਵਾਜ਼ ਦੇ ਨਾਲ ਜਿਹੜੀਆਂ ਬੁਰੀਆਂ ਆਤਮਾਵਾਂ ਨੇ ਉਹ ਪਰੇ ਭੱਜਦੀਆਂ ਨੇ, ਫਿਰ ਬੈਕਟੀਰੀਅਲ ਇਨਫੈਕਸ਼ਨ ਨਹੀਂ ਹੁੰਦੇ। ਦੇਖੋ ਸਾਇੰਸ ਕੈਸੀ, ਜੀ ਸਾਇੰਸ ਇਹ ਕਹਿੰਦੀ ਹੈ, ਬਿਲਕੁਲ ਠੀਕ ਗੱਲ ਹੈ। ਉਹਨਾਂ ਜੋੜ ਦਿੱਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਡੇ ਰਸਮਾਂ ਦੇ ਨਾਲ, ਬਿਲਕੁਲ, ਹੈ ਨਾ, ਕਿ ਉਹ ਬੈਕਟੀਰੀਅਲ ਇਨਫੈਕਸ਼ਨ ਜੱਚਾ ਬੱਚਾ ਦੇ ਲਾਗੇ ਕੋਈ ਇਹੋ ਜਿਹਾ ਕੋਈ ਇਨਫੈਕਸ਼ਨ ਨਹੀਂ ਹੁੰਦਾ। ਇਸ ਤਰੀਕੇ ਨਾਲ ਇਹ ਰਿਵਾਜ ਜਿਹੜਾ ਉਹ ਬਣ ਗਿਆ। ਜੀ ਜੀ ਜੀ। ਇਹ ਤੁਹਾਡੇ ਕੋਲ ਇਸ ਵੇਲੇ ਮੈਨੂੰ ਲੱਗਦਾ ਕਿ ਉਹ ਇੱਕ ਛੰਨਾ ਪਿਆ, ਹਾਂ, ਛੰਨਾ, ਔਰ ਇਹ ਛੰਨਾ ਕਹਿੰਦੇ ਕਈ ਵਾਰ ਦੁੱਧ ਦਾ ਭਰ ਕੇ ਪੀਣਾ, ਕਈ ਵਾਰ ਇਹਦੇ ਵਿੱਚ ਚੂਰੀ ਕੁੱਟ ਕੇ ਦੇਣੀ, ਛੰਨਾ ਚੂਰੀ ਦਾ, ਤੇ ਸਾਜ਼ਾਂ ਦਾ ਵੀ ਕੰਮ ਦਿੰਦਾ ਰਿਹਾ। ਬਿਲਕੁਲ, ਇਹਦੇ ਨਾਲ ਚਮਚਾ ਇਹਦੇ ਤੇ ਵਜਾ ਕੇ ਜਦੋਂ ਲੇਡੀਜ਼ ਸੰਗੀਤ ਹੁੰਦਾ, ਲੇਡੀ ਸੰਗੀਤ ਅੱਜ ਕੱਲ੍ਹ ਜਿਹਨੂੰ ਕਹਿੰਦੇ ਨੇ, ਗਾਉਣ ਹੁੰਦੇ ਨੇ, ਤੇ ਉਹ ਚਮਚਾ ਲੈ ਕੇ ਇਹ ਵੀ ਸਾਜ਼ ਆ ਸਾਡਾ, ਕਿਉਂਕਿ ਇਹਦੀ ਆਵਾਜ਼ ਜਿਹੜੀ ਆ ਉਹਦੀ ਟਨਕਾਰ ਬਹੁਤ ਵਧੀਆ ਹੁੰਦੀ ਹੈ। ਕੜਛੀ ਦੇ ਨਾਲ ਜਿਵੇਂ ਆ ਦੇਖੋ ਨਾ, ਕਿੱਡੀ ਗੂੰਜ ਹੈ, ਢੋਲਕ ਦੇ ਨਾਲ ਫਿਰ ਛੰਨਾ ਵੀ ਵੱਜੇ। ਇਸੇ ਤਰੀਕੇ ਨਾਲ ਜਿਵੇਂ ਆਹ ਥਾਲ ਆ, ਇਹਦੀ ਦੇਖੋ ਤੁਸੀਂ ਸੁਰ ਦੇਖਿਓ, ਦੋਨਾਂ ਦੇ ਅਲੱਗ ਨੇ। ਬਿਲਕੁਲ, ਉਹਦੀ ਆਵਾਜ਼ ਹੋ ਰਿਹਾ, ਇਹਦੀ ਆਵਾਜ਼ ਹੋ ਰਿਹਾ, ਬਿਲਕੁਲ, ਇਹ ਉੱਚੇ ਸੁਰ ਚ ਬੋਲਦਾ। ਹਾਂ, ਦੇਖ ਲਓ, ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ, ਪਹਿਲੀ ਗੱਲ ਤਾਂ ਇੱਕ ਇਹ ਵੀ ਆਪਾਂ ਵਿਗਿਆਨਿਕ ਤੌਰ ਤੇ ਲੈ ਲਈਏ ਕਿ ਇਹ ਜਦੋਂ ਤੁਸੀਂ ਖੜਕਾਇਆ, ਬਹੁਤ ਸਾਰੇ ਬੈਕਟੀਰੀਆ ਜਿਹੜੇ ਅਸੀਂ ਇੱਥੋਂ ਵੀ ਦੌੜਾ ਦਿੱਤੇ ਆ। ਔਰ ਇਹ ਜਿਹੜੀਆਂ ਚੀਜ਼ਾਂ ਨੇ, ਔਰ ਸੱਚਮੁੱਚ ਸਾਨੂੰ ਇੰਝ ਲੱਗਦਾ ਕਿ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹਾਂ ਕਿਤੇ, ਔਰ ਉਹ ਚੀਜ਼ਾਂ ਨੂੰ ਅਸੀਂ ਮਾਣ ਰਹੇ, ਜਿਹੜੀਆਂ ਚੀਜ਼ਾਂ ਅੱਜ ਸਾਡੇ ਕੋਲੋਂ ਮਨਫੀ ਹੁੰਦੀਆਂ ਜਾ ਰਹੀਆਂ ਨੇ, ਅੱਜ ਸਾਡੇ ਚੇਤਿਆਂ ਦੇ ਵਿੱਚੋਂ ਵੀ ਵਿਸਰਦੀਆਂ ਜਾ ਰਹੀਆਂ ਨੇ। ਔਰ ਜੇਕਰ ਹੁਣ ਅਸੀਂ ਗੱਲ ਕਰੀਏ ਕਿ ਇਹ ਜਿਹੜੇ ਸਾਡੇ ਲੋਕ ਸਾਜ਼ ਨੇ, ਇਹ ਸਾਡੇ ਲੋਕ ਨਾਚਾਂ ਦੇ ਨਾਲ ਵੀ ਬਹੁਤ ਗੂੜ੍ਹੇ ਤੌਰ ਤੇ ਜੁੜੇ ਹੋਏ ਨੇ। ਲੋਕ ਨਾਚਾਂ ਦਾ ਲੋਕ ਸਾਜ਼ਾਂ ਦੇ ਨਾਲ ਕਿਹੋ ਜਿਹਾ ਨਾਤਾ ਹੈ? ਜੀ, ਆਪਾਂ ਗੱਲ ਕਰਦੇ ਹਾਂ ਕਿ ਗਾਇਨ ਵਾਦਨ ਨ੍ਰਿਤਯਮ ਤ੍ਰੈ ਸੰਗੀਤ ਮੁਚਯਤੇ। ਸਾਡੇ ਸੰਗੀਤ ਗ੍ਰੰਥਾਂ ਦੇ ਵਿੱਚ ਇਸ ਤਰੀਕੇ ਨਾਲ ਵਰਣਨ ਕੀਤਾ ਗਿਆ ਹੈ ਕਿ ਜ਼ਰੂਰ ਗਾਉਣ ਨੂੰ ਇਹਨਾਂ ਦੋਨਾਂ ਦੇ ਉੱਤੋਂ ਸਰਵੋੱਚ ਤੇ ਰੱਖਿਆ ਗਿਆ ਹੈ, ਪਰ ਗਾਉਣਾ ਜਿਹੜਾ ਹੈ ਉਹ ਸਾਜ਼ ਦੇ ਨਾਲ ਆਪਣੇ ਆਪ ਨੂੰ ਪੂਰਾ ਕਰਦਾ ਹੈ। ਜੀ, ਇਸੇ ਤਰੀਕੇ ਨਾਲ ਜੋ ਨਾਚ ਹੈ ਉਹ ਵੀ ਬਿਨਾਂ ਸਾਜ਼ਾਂ ਤੋਂ ਜਾਂ ਬਿਨਾਂ ਗਾਉਣ ਤੋਂ ਪੂਰਾ ਨਹੀਂ ਹੋ ਸਕਦਾ। ਤਿੰਨੋਂ ਕਲਾਵਾਂ ਇੱਕ ਦੂਜੇ ਨਾਲ ਇਵੇਂ ਜੁੜੀਆਂ ਹੋਈਆਂ ਹਨ, ਇੱਕ ਤੋਂ ਬਿਨਾਂ ਦੂਜੀ ਅਧੂਰੀ ਹੈ। ਔਰ ਨਾਚ ਜਿਹਦਾ ਆਧਾਰ ਹੀ ਤਾਲ ਹੈ ਨਾ, ਬਿਲਕੁਲ, ਕਹਿੰਦੇ ਨਾ ਤਾਲ ਤੇ ਪੈਰਾਂ ਦਾ ਥਿੜਕਣਾ, ਮੋਢਿਆਂ ਦਾ ਫੜਕਣਾ, ਤੇ ਤਾਲ ਸਾਜ਼, ਤਾਲ ਤਾਂ ਸਾਜ਼ਾਂ ਤੋਂ ਪੈਦਾ ਹੋਣੀ ਹੈ। ਇਸ ਤਰੀਕੇ ਨਾਲ ਇਹਨਾਂ ਦਾ ਬਹੁਤ ਗਹਿਰਾ ਔਰ ਇੱਕ ਅਟੁੱਟ ਸੰਬੰਧ ਹੈ, ਇੱਕ ਤੋਂ ਬਿਨਾਂ ਦੂਜੇ ਦਾ ਜਿਹੜਾ ਹੋਂਦ ਹੈ। ਨਾਚ ਦੀ ਤਾਂ ਹੋਂਦ ਹੈ ਹੀ ਨਹੀਂ ਬਿਨਾਂ ਸਾਜ਼ਾਂ ਤੋਂ। ਬਿਲਕੁਲ, ਕਹਿੰਦੇ ਨੇ ਕਿ ਜਦੋਂ ਵੱਜਦਾ ਪੰਜਾਬੀਆਂ ਦਾ ਢੋਲ ਹੋਏ, ਅੱਡੀ ਧਰਤੀ ਨਾ ਕਰਦੀ ਕਲੋਲ ਹੋਏ, ਦਿਲ ਨੱਚਣੇ ਨੂੰ ਕਰਦਾ ਉਸ ਵੇਲੇ, ਨਹੀਂਓ ਹਟਣੇ ਨੂੰ ਕਰਦਾ ਉਸ ਵੇਲੇ। ਜਦੋਂ ਅਸੀਂ ਗੱਲ ਨੱਚਣ ਦੀ ਕਰਦੇ ਹਾਂ ਤੇ ਇੱਕ ਸਾਡੇ ਕੋਲ ਇੱਕ ਬਹੁਤ ਵਧੀਆ ਸਾਡੇ ਲੋਕ ਨਾਚਾਂ ਦੇ ਵਿੱਚੋਂ ਵੰਨਗੀ ਹੈ ਮਲਵਈ ਗਿੱਧਾ। ਗਿੱਧਾ ਆਮ ਤੌਰ ਤੇ ਕੁੜੀਆਂ ਪਾਉਂਦੀਆਂ ਨੇ, ਪਰ ਮਲਵਈ ਗਿੱਧਾ ਮੁੰਡੇ ਪਾਉਂਦੇ ਨੇ, ਔਰ ਉਹਦੇ ਵਿੱਚ ਲੋਕ ਸਾਜ਼ਾਂ ਦੀ ਬਹੁਤ ਹੀ ਅੱਛੀ ਖੂਬਸੂਰਤ ਪੇਸ਼ਕਾਰੀ ਹੁੰਦੀ ਹੈ। ਤੁਹਾਡੇ ਵਾਸਤੇ ਔਰ ਆਪਣੇ ਦਰਸ਼ਕਾਂ ਦੇ ਵਾਸਤੇ ਅਸੀਂ ਮਲਵਈ ਗਿੱਧਾ ਪੇਸ਼ ਕਰ ਰਹੇ ਹਾਂ।
ਮਾਣਕ ਮੱਤਾ ਜੈ ਹੋ ਦੀਨ ਦਿਆਲੂ ਵਿੱਚ ਤਲਵੰਡੀ ਪ੍ਰਗਟ ਹੋ ਕੇ ਬੱਲੇ ਹੋ ਵਿੱਚ ਤਲਵੰਡੀ ਪ੍ਰਗਟ ਹੋ ਕੇ ਮੁਕਤ ਬਣਾਇਆ ਕਾਲੂ ਵਿੱਚ ਗਿੱਧੇ ਦੇ ਸਿਮਰੀਏ ਤੈਨੂੰ ਵਾਹ ਬਈ ਵਾਹ ਹੋ ਵਿੱਚ ਗਿੱਧੇ ਦੇ ਸਿਮਰੀਏ ਤੈਨੂੰ ਹੋ ਪੂਰੇ ਸਰਦਾਲੂ ਕਿਰਪਾ ਜੇ ਕਰਦੇ ਕਰਾਂ ਬੋਲੀਆਂ ਚਾਲੂ 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 ਕਿਰਪਾ ਜੇ ਕਰਦੇ ਓ ਕਰਾਂ ਬੋਲੀਆਂ ਚਾਲੂ ਕਰਾਂ ਬੋਲੀਆਂ ਚਾਲੂ ਕਿਰਪਾ ਜੇ ਕਰਦੇ ਕਰਾਂ ਬੋਲੀਆਂ ਚਾਲੂ ਕਿਰਪਾ ਜੇ ਕਰਦੇ ਓਏ 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 ਹੋ ਬੰਦਿਆ ਓਏ ਪੰਜ ਤੱਤ ਦਾ ਪਿੰਜਰਾ ਜਿਸ ਵਿੱਚ ਤੇਰਾ ਵਾਸਾ ਓਏ ਮਾਂ ਕਹੇ ਪੁੱਤ ਗੱਭਰੂ ਹੋ ਗਿਆ ਸਹੀ ਗੱਲ ਆ ਬਈ ਹੋ ਮਾਂ ਕਹੇ ਪੁੱਤ ਗੱਭਰੂ ਹੋ ਗਿਆ ਮੈਨੂੰ ਆਵੇ ਹਾਸਾ ਓਏ ਪਲ ਪਲ ਉਮਰ ਕਟੇਂਦੀ ਤੇਰੀ ਸਹੀ ਗੱਲ ਆ ਬਈ ਹੋ ਪਲ ਪਲ ਉਮਰ ਕਟੇਂਦੀ ਤੇਰੀ ਕੂਕੇ ਕਾਲ ਗੰਡਾਸਾ ਓਏ ਰਤੀ ਰਤੀ ਰਤ ਸੁੱਕ ਜੂ ਬੰਦਿਆ ਹੋ ਰਤੀ ਰਤੀ ਰਤ ਸੁੱਕ ਜੂ ਬੰਦਿਆ ਮਾਸ ਨਹੀਂ ਰਹਿਣਾ ਮਾਸਾ ਇੱਕ ਦਿਨ ਖੁਰ ਜੂਗਾ ਪਾਣੀ ਵਿੱਚ ਬਤਾਸਾ 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 ਇੱਕ ਦਿਨ ਖੁਰ ਜੂਗਾ ਹੋਏ 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 ਹੋ ਬਨ ਕੇ ਟੋਲੀਆਂ ਆ ਗਏ ਗਿੱਧੇ ਵਿੱਚ ਇੱਕ ਦੂਜੇ ਤੋਂ ਚੜ ਕੇ ਕਿਸੇ ਅੱਤ ਚਿਮਟਾ ਕਿਸੇ ਅੱਤ ਵਗਦੂ ਬੱਲੇ ਹੋ ਕਿਸੇ ਅੱਤ ਚਿਮਟਾ ਕਿਸੇ ਅੱਤ ਵਗਦੂ ਕੜਾ ਵੀ ਲਿਆਂਦਾ ਮੜ ਕੇ ਤੂੰਬਾ ਗੜਵਾ ਕਾਟੋ ਨੱਚਦੀ ਭਾਈ ਵਾਹ ਹੋ ਤੂੰਬਾ ਗੜਵਾ ਕਾਟੋ ਨੱਚਦੀ ਨੱਚਦੀ ਦਾ ਦਿਲ ਧੜਕੇ ਬੋਲੀ ਪਾ ਕੇ ਨਸ਼ਾ ਚੜਾਵੇ ਹੋ ਬੋਲੀ ਪਾ ਕੇ ਨਸ਼ਾ ਚੜਾਵੇ ਮਾਣਕ ਤੂੰਬਾ ਫੜ ਕੇ ਪਾਲ ਪਤੰਗੇ ਦੀ ਜਿੱਦ ਜਟੋਲ ਕੀ ਖੜ ਕੇ ਪਾਲ ਪਤੰਗੇ ਦੀ ਜਿਹਦੇ ਚ ਢੋਲਕੀ 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 ਖੜ ਕੇ ਪਾਲ ਪਤੰਗੇ ਦੀ ਇਸ ਵੇਲੇ ਗੱਲਾਂ ਤੇ ਗੀਤ ਤੁਸੀਂ ਦੇਖ ਰਹੇ ਹੋ ਔਰ ਗੱਲਾਂ ਤੇ ਗੀਤ ਵਿੱਚ ਸਾਡੇ ਨਾਲ ਪੂਨਮ ਸ਼ਰਮਾ ਜੀ ਨੇ ਔਰ ਇਸ ਵੇਲੇ ਅਸੀਂ ਲੋਕ ਸਾਜ਼ਾਂ ਦੀ ਗੱਲ ਕਰ ਰਹੇ ਹਾਂ ਔਰ ਲੋਕ ਸਾਜ਼ ਤੁਸੀਂ ਦੇਖੇ ਮਲਵਈ ਗਿੱਧੇ ਦੇ ਵਿੱਚ ਵੱਜਦੇ ਕਿਤੇ ਕਾਟੋ ਆ ਬੁਗਤੂ ਆ ਹੋਰ ਬਹੁਤ ਸਾਰੇ ਸਾਜ਼ ਨੇ ਚਿਮਟਾ ਹੁੰਦਾ ਹੈ ਹੋਰ ਬਹੁਤ ਸਾਰੀਆਂ ਔਰ ਇਦਾਂ ਦੀਆਂ ਚੀਜ਼ਾਂ ਅਸੀਂ ਇੱਥੇ ਰੱਖੀਆਂ ਇੱਕ ਤੂੰਬਾ ਨਾਲ ਉਹਦੀ ਭੈਣ ਆ ਤੂੰਬੀ ਉਹਦੀ ਤੇ ਇਹ ਜਿਹੜੇ ਵੱਖੋ ਵੱਖਰੇ ਸਾਜ਼ ਨੇ ਕਿਉਂਕਿ ਕੰਮ ਤੇ ਤੂੰਬੇ ਨਾਲ ਵੀ ਚਲਾਇਆ ਜਾ ਸਕਦਾ ਸੀਗਾ ਫਿਰ ਤੂੰਬੀ ਆ ਗਈ ਫਿਰ ਉਹ ਡੌਰੂ ਆ ਨਾਲ ਢੱਡ ਆ ਗਈ ਇਹਨਾਂ ਦੇ ਵੱਖਰੇ ਵੱਖਰੇ ਕੰਮ ਵੀ ਹੋਣਗੇ ਵੱਖਰੇ ਵੱਖਰੇ ਇਹਨਾਂ ਦੇ ਲੈ ਸੁਰ ਔਰ ਉਹਨਾਂ ਦੀ ਟੁਣਕਾਰ ਵੀ ਹੋਏਗੀ ਬਿਲਕੁਲ ਹੈਨਾ ਹਾਂਜੀ ਦੇਖੋ ਜਿਹੜੇ ਲੋਕ ਸਾਜ਼ ਨੇ ਜਾਂ ਕੋਈ ਵੀ ਸਾਜ਼ਾਂ ਦੀ ਆਪਾਂ ਵੰਨਗੀਆਂ ਦੀ ਗੱਲ ਕਰੀਏ ਤਾਂ 4 ਤਰ੍ਹਾਂ ਦੇ ਸਾਜ਼ ਪ੍ਰਚਾਰ ਵਿੱਚ ਮੰਨੇ ਗਏ ਨੇ ਪਹਿਲੇ ਆਉਂਦੇ ਨੇ ਸਾਡੇ ਤੱਤ ਸਾਜ਼ ਜਿਹੜੇ ਤਾਰਾਂ ਦੇ ਨਾਲ ਜਿਵੇਂ ਆਪਣੀ ਆ ਇੱਕ ਤਾਰਾ ਹੈ ਤੁਸੀਂ ਦੇਖ ਰਹੇ ਹੈ ਨਾ ਜੀ ਇਹ ਇਹਨਾਂ ਨੂੰ ਮਿਜ਼ਰਾਬ ਨਾਲ ਜਾਂ ਉਗਲੀ ਨਾਲ ਇਸ ਤਰੀਕੇ ਨਾਲ ਛੇੜ ਕੇ ਵਜਾਇਆ ਜਾਂਦਾ ਜੀ ਹੈ ਜੀ 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 ਇੱਕ ਤਾਰੇ ਦਾ ਅਧਿਆਤਮਿਕ ਮਹੱਤਵ ਵੀ ਹੈ ਹੂੰ 15ਵੀਂ ਸ਼ਤਾਬਦੀ ਦੇ ਵਿੱਚ ਜਦੋਂ ਭਗਤੀ ਲਹਿਰ ਚੱਲੀ ਜੀ, ਉਸ ਜੀ। ਸਮੇਂ ਦਾ ਮਹੱਤਵ ਜਿਹੜਾ ਹੈ ਬਿਲਕੁਲ। ਇਹ ਤੁੰਬੀ ਜਿਹੜੀ ਲੋਕ ਗੀਤਾਂ ਦੇ ਨਾਲ ਜੀ ਜਿਹੜਾ ਤੁੰਬੀ ਹੈ ਨਾ ਕਹਿੰਦੇ ਇਹ ਕੋਈ ਲੋਕ ਸਾਜ਼ ਸਾਡਾ ਰਿਹਾ ਨਹੀਂ ਇਹ ਜਮਲਾ ਜੱਟ ਨੇ ਪ੍ਰਚਾਰ ਵਿੱਚ ਲਿਆਂਦਾ ਇਜਾਦ ਕੀਤੀ ਸੀ ਹਾਂਜੀ ਉਹਨੇ ਇਜਾਦ ਕੀਤੀ ਸੀ ਇਹ ਤੁੰਬੀ। ਇਸੇ ਤਰੀਕੇ ਨਾਲ ਜਿਹੜੇ ਤਾਰਾਂ ਵਾਲੇ ਸਾਜ਼ਾਂ ਦੇ ਵਿੱਚ ਆਪਣੀ ਸਰੰਗੀ ਵੀ ਆ ਜਾਂਦੀ ਜੀ 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 ਜਿਸ ਨੂੰ ਇਹ ਕਿਸੇ ਮਿਜ਼ਰਾਬ ਜਾਂ ਉਂਗਲ ਨਾਲ ਵੱਜਣ ਵਾਲਾ ਨਹੀਂ ਸਗੋਂ ਨਹਾਂ ਦੇ ਨਾਲ ਨਾ ਉਹਦੀ ਤਾਂਤ ਹੈ ਉਹ ਜਿਹੜੀ ਤਾਰ ਇਹਦੇ ਵਿੱਚ ਪੈਂਦੀ ਆ ਉਹ ਕੋਈ ਲੋਹੇ ਦੀ ਤਾਰ ਨਹੀਂ ਹੈ ਅੱਛਾ ਉਹ ਚਮੜੇ ਦੀ ਹੈ ਜਿਸ ਨੂੰ ਵੱਟ ਕੇ ਬਣਾਇਆ ਜਾਂਦਾ ਔਰ ਗੱਜ ਦੇ ਨਾਲ ਰਗੜ ਕੇ ਗੱਜ ਫੇਰਦੇ ਆ ਗੱਜ ਫੇਰਦੇ ਆ ਫਿਰ ਇਹ ਗੱਜ ਆਵਾਜ਼ ਨਾਲ ਆਉਂਦੀ ਹੈ। ਹਾਂਜੀ ਹਾਂਜੀ ਜੀ, 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 ਇਸ ਤਰੀਕੇ ਨਾਲ ਇਹ ਹੋਰ ਵੀ ਜਿਹੜੇ ਤੰਤੀ ਸਾਜ਼ ਜਾਂ ਤੱਤ ਸਾਜ਼ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਹਨ ਦੂਸਰੀ ਵੰਨਗੀ ਆਂਦੀ ਹੈ ਆਪਣੀ ਅਵਨੱਧ ਸਾਜ਼ਾਂ ਦੀ ਜਿਨ੍ਹਾਂ ਨੂੰ ਉਹਦੇ ਵਿੱਚ ਚਰਮ ਸਾਜ਼ ਵੀ ਆ ਜਾਂਦੇ ਨੇ ਹੈਨਾ ਇਹ ਮੁੱਖ ਰੂਪ ਨਾਲ ਤਾਲ ਸਾਜ਼ ਨੇ ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਸਾਡਾ ਨਗਾੜਾ ਜੀ ਜਿਹਨੂੰ ਚਮੜੇ ਨਾਲ ਮੜਿਆ ਜਾਂਦਾ ਹੈ ਖੋਖਲੇ ਦੇ ਉੱਤੇ ਹੈਨਾ ਉਹ ਨਗਾੜਾ ਫਿਰ ਢੋਲ ਭੰਗੜੇ ਦਾ ਮਲਵਈ ਗਿੱਧੇ ਦਾ ਰਾਜਾ ਢੋਲ ਸਾਡਾ ਬਿਲਕੁਲ ਬਿਲਕੁਲ ਹੈਨਾ ਕਿਹੜੀ ਛਿੰਝ ਕਿਹੜਾ ਤੀਆਂ ਦਾ ਮੇਲਾ ਤੇ ਕਿਹੜਾ ਜਰਗ ਦਾ ਮੇਲਾ ਕਿਹੜਾ ਮੇਲਾ ਜਿਹੜਾ ਢੋਲ ਤੋਂ ਬਿਨਾ ਪੂਰਾ ਹੋ ਜੇ ਘਰ ਦਾ ਕਿਹੜਾ ਕਾਰ ਵਿਹਾਰ ਢੋਲ ਤੋਂ ਇਹਦੇ ਇੱਕ ਪਾਸੇ ਚਮੜਾ ਮੜਿਆ ਹੁੰਦਾ ਮੋਟਾ ਚਮੜਾ ਮੜਿਆ ਹੁੰਦਾ ਉਹਨੂੰ ਤਾਮਾ ਕਹਿੰਦੇ ਔਰ ਦੂਜੇ ਪਾਸੇ ਅੱਜ ਕੱਲ ਹੋਰ ਤਰੀਕੇ ਦਾ ਮਟੀਰੀਅਲ ਵੀ ਯੂਜ਼ ਹੋਣ ਲੱਗ ਗਿਆ ਜੀ ਪਹਿਲਾਂ ਨਹੀਂ ਸੀ ਇਹ ਹੁੰਦਾ ਪਹਿਲਾਂ ਨਹੀਂ ਪਹਿਲਾਂ ਚਮੜਾ ਹੀ ਮੜਿਆ ਜਾਂਦਾ ਜੀ 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 ਜੀ
ਤੇ ਆ ਇਹਦੀਆਂ ਜਿਵੇਂ ਵਜਾਉਣ ਵਾਲੀਆਂ ਜਿਹੜੀਆਂ ਡੰਡੀਆਂ ਨੇ ਉਸ ਨੂੰ ਡੱਗਾ ਕਿਹਾ ਜਾਂਦਾ, ਹਾਕੀ ਦੀ ਤਰ੍ਹਾਂ ਉਹਦੀ ਸ਼ੇਪ ਬਣੀ ਹੋਈ ਹੈ ਹਨਾ। ਜੀ ਜੀ ਉਹ ਡੱਗਾ ਹੈ ਤੇ ਨਾਲ ਤੀਲੀ ਬਾਂਸ ਦੀ। ਇਹ ਦੋਨਾਂ ਦਾ ਕਮਾਲ ਹੈ ਕਿ ਮੋਢੇ ਫੜਕਣ ਲੱਗ ਜਾਂਦੇ ਨੇ। ਬਿਲਕੁਲ ਜੀ, ਡੱਗਾ ਥੋੜੀ ਜਿਹੀ ਭਾਰੀ ਆਵਾਜ਼ ਦਿੰਦਾ ਹੈ ਜਦੋਂ ਵੱਜਦਾ ਢੋਲ ਤੇ ਤੀਲੀ ਜਿਹੜੀ ਹੈ ਥੋੜੀ ਜਿਹੀ ਪਤਲੀ ਜਿਹੀ ਆਵਾਜ਼ ਦਿੰਦੀ ਹੈ, ਔਰ ਉਹ ਦੋਨੋਂ ਪਾਸਿਆਂ ਤੋਂ ਆਵਾਜ਼ਾਂ ਦਾ ਸੁਮੇਲ ਜਿਹੜਾ ਫਿਰ ਢੋਲ ਜਦੋਂ ਵੱਜਦਾ ਫਿਰ ਸਾਰੇ ਦੇ ਪੱਬ ਨੱਚਣ ਲੱਗ ਪੈਂਦੇ ਆ। ਦੇਖੋ ਕਹਿੰਦੇ ਨੇ ਕਿ ਪ੍ਰਕਿਰਤੀ ਦੇ ਵਿੱਚ ਪੁਰਖ ਔਰ ਇਸਤਰੀ ਦੋਹਾਂ ਦੇ ਨਾਲ ਹੀ ਪ੍ਰਕਿਰਤੀ ਤੁਰਦੀ ਹੈ। ਦੇਖੋ ਇਹ ਦੋਨੋਂ ਪ੍ਰਕਿਰਤੀ ਨਾਲ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਅੱਛੀਆਂ ਤਸ਼ਬੀਹਾਂ ਦੇ ਕੇ ਤੁਸੀਂ ਸਮਝਾ ਰਹੇ ਹੋ ਇਸ ਗੱਲ। ਔਰ ਜੇਕਰ ਅਸੀਂ ਗੱਲ ਕਰੀਏ ਉਹ ਜਿੱਦਾਂ ਡੋਰੂ ਦੇਖ ਰਹੇ ਹਾਂ ਅਸੀਂ, ਡਮਰੂ ਵੀ ਇਹਨੂੰ ਆਪਾਂ ਕਹਿ ਦਿੰਦੇ ਹਾਂ। ਡਮਰੂ ਵੀ ਕਹਿੰਦੇ ਹਾਂਜੀ, ਤੇ ਨਾਰਮਲੀ ਡਮਰੂ ਇਵੇਂ ਵੱਜਦਾ। ਹਾਂ ਜੀ, ਤੇ ਨਾਲ ਹੀ ਢੱਡ ਪਈ ਹੈ। ਹਾਂਜੀ, ਢੱਡ ਦਾ ਵੀ ਜਿਹੜਾ ਜ਼ਿਆਦਾ ਪ੍ਰਚਾਰ ਹੋਇਆ ਇਹ ਆਪਣੇ ਗੁਰੂ ਸਾਹਿਬਾਨਾਂ ਦੁਆਰਾ ਹੋਇਆ ਜੀ, ਕਿਉਂਕਿ ਯੁੱਧਾਂ ਦੇ ਵਿੱਚ ਜੀਵਨ ਬੀਤਿਆ ਗੁਰੂ ਸਾਹਿਬਾਨਾਂ ਦਾ, ਤੇ ਉਸ ਸਮੇਂ ਆਪਣੇ ਪੰਜਾਬੀਆਂ ਦੇ ਮਨਾਂ ਅੰਦਰ ਜੋਸ਼ ਭਰਨ ਲਈ ਸੰਗੀਤ ਨੇ ਇੱਕ ਬਹੁਤ ਵਧੀਆ ਰੋਲ ਅਦਾ ਕੀਤਾ। ਉਸ ਸਮੇਂ ਢੱਡ ਜਿਹੜੀ ਹੈ ਬਿਲਕੁਲ, ਹਾਂ, ਵੀਰ ਰਸ ਭਰਨ ਦੇ ਵਾਸਤੇ ਢੱਡ ਤੇ ਸਰੰਗੀ ਇਹਨਾਂ ਦੋਨਾਂ ਦੇ ਸੁਮੇਲ ਨਾਲ ਢਾਡੀ ਵਾਰਾਂ ਯਾਨੀ ਵੀਰ ਰਸੀ ਰਚਨਾਵਾਂ ਜਿਹੜੀਆਂ ਸੀ ਉਹਨਾਂ ਦਾ ਗਾਉਣ ਕੀਤਾ ਜਾਂਦਾ ਸੀ। ਆਪਾਂ ਉਹ ਢੋਲਕ ਦੇਖੀਏ ਨਾ। ਹਾਂ, ਇਹ ਔਰਤਾਂ ਦਾ ਸਾਜ਼ ਹੈ। ਅੱਛਾ, ਘਰ ਦਾ ਕਿਹੜਾ ਸ਼ਗਨ ਹੈ ਜਿਹੜਾ ਢੋਲਕ ਤੋਂ ਬਿਨਾਂ ਹੋ ਜਾਂਦਾ। ਉਦਾਂ ਵੀ ਕੰਮਾਂ ਕਾਰੋਂ ਵਿਹਲੇ ਹੋਈਆਂ ਘਰ 'ਚ ਢੋਲਕ ਤਾਂ ਹੁੰਦੀ ਆ ਪੰਜਾਬੀਆਂ ਦੇ ਘਰ। ਬੈਠੀਆਂ ਤੇ ਚਲੋ ਚਮਚਾ ਲਿਆ, ਉਹ ਵੀ ਸਾਜ਼ ਬਣ ਗਿਆ, ਉਹਦੇ ਉੱਪਰ ਵਜਾਉਂਦੀਆਂ ਢੋਲਕ ਦੇ ਰੱਖ ਕੇ। ਆਪਾਂ ਜਿੱਦਾਂ ਆਹ ਦੇਖੋ, ਇਹ ਵੀ ਅਵਨੱਦ ਸਾਜ਼ਾਂ ਦੀ ਵੰਨਗੀ ਦਾ ਸਾਜ਼ ਹੈ, ਡਾਰੀਆ। ਬਿਲਕੁਲ ਭੰਡਾਂ ਦੇ ਹੱਥਾਂ ਦੇ ਵਿੱਚ ਹੁੰਦੀ। ਜਦੋਂ ਆਉਂਦੇ ਆ ਤੇ ਉਹ ਬੜਾ ਸੋਹਣਾ ਗਾਉਂਦੇ, ਤੇਰੇ ਸਿਹਰੇ ਨੂੰ ਸਜਾਇਆ ਲਾ ਕੇ ਫੁੱਲ ਕਰੀਆਂ। ਇਵੇਂ ਹੀ ਇਹਨੂੰ ਆ ਦੇਖੋ, ਇਹ ਬੁਗਚੂ ਹੈ। ਹਾਂ, ਬੁਗਚੂ ਇਹ ਡਮਰੂ ਦੀ ਸ਼ੇਪ ਦੇ ਵਿੱਚ ਲੱਕੜੀ ਹੈ ਔਰ ਇੱਕ ਪਾਸਿਓਂ ਚਮੜੇ ਨਾਲ ਮੜੀ ਹੋਈ ਹੈ। ਇਹਦੇ ਵਿੱਚ ਛੇਦ ਕਰਕੇ ਆ ਮਣਕੇ ਨਾਲ ਇਹਨੂੰ ਰੋਕਿਆ। ਇਧਰ ਇਹ ਵੀ ਤਾਂਤ ਹੈ ਜੋਗੀ ਜੀ। ਹਾਂਜੀ, ਇਹ ਵੀ ਚਮੜੇ ਦੀ ਵੱਟੀ ਹੋਈ ਹੈ। ਬਿਲਕੁਲ। ਔਰ ਐ ਇੱਥੇ ਦੇ ਕੇ ਬਾਂਹ ਥੱਲੇ ਇਹਨੂੰ ਖਿੱਚ ਕੇ ਫਿਰ ਇਦਾਂ ਧੁਨੀ ਨਹੀਂ ਪੈਦਾ ਕੀਤੀ। ਕੀ ਬਾਤ ਹੈ। ਦੇਖੋ ਸਾਡੀ ਜਿਹੜੀ ਆਪਣੀ ਪੰਜਾਬੀ ਦੀ ਆਪਣੀ ਸਾਇੰਸ ਆ, ਉਹ ਕਿੰਨੀ ਤਰੱਕੀ ਕਰ ਗਈ ਹੈ। ਕਿੱਥੋਂ ਅਸੀਂ ਕਿੱਦਾਂ ਕਿਹੜੀਆਂ ਆਵਾਜ਼ਾਂ ਨੂੰ ਲੈ ਕੇ ਕਿੱਥੋਂ ਸਾਜ਼ ਪੈਦਾ ਕਰ ਲੈ, ਹਨਾ। ਔਰ ਇਹ ਸਾਡੇ ਲੋਕ ਸਾਜ਼ਾਂ ਦੀ ਜਿਹੜੀ ਇੱਕ ਬਹੁਤ ਵੱਡੀ ਅਮੀਰੀ ਹੈ। ਇੱਕ ਹੋਰ ਅਮੀਰੀ ਦੀ ਗੱਲ ਕਰਦੇ ਹਾਂ ਅਸੀਂ ਕਿ ਸਾਡੀ ਜਿਹੜੀ ਸਰੰਗੀ ਦੀ ਗੱਲ ਕਰਦੇ ਹਾਂ ਆਪਾਂ। ਸਾਡੀ ਸਰੰਗੀ ਜਿਹੜੀ ਇਹ ਇਸ ਤਰ੍ਹਾਂ ਹੋਰ ਵੀ ਕਈ ਸਾਜ਼ ਹੋਣਗੇ ਜਿਨ੍ਹਾਂ ਦੇ ਬਾਰੇ ਸਾਨੂੰ ਸ਼ਾਇਦ ਨਾ ਪਤਾ ਹੋਵੇ। ਸ਼ਾਸਤਰੀ ਸੰਗੀਤ ਵਿੱਚ ਵੀ ਪ੍ਰਧਾਨ ਰਹੇ ਨੇ। ਬਿਲਕੁਲ, ਸਰੰਗੀ ਵਾਦਨ ਹੁੰਦਾ ਹੈ ਇਸ ਤਰ੍ਹਾਂ ਇਕੱਲੇ ਹੀ। ਕਈ ਵਾਰ ਸਰੰਗੀ ਵੱਜਦੀ ਹੈ ਵੱਡੇ ਸਮਾਗਮਾਂ ਦੇ ਵਿੱਚ। ਕੀ ਇਸ ਤਰ੍ਹਾਂ ਕੋਈ ਹੋਰ ਵੀ ਸਾਜ਼ ਸਾਡੇ ਹੈਗੇ ਨੇ ਕਿ ਜਿਹੜੇ ਪ੍ਰਧਾਨ ਹੋਣ, ਸ਼ਾਸਤਰੀ ਸੰਗੀਤ ਵਿੱਚ ਵੀ ਉਹਨਾਂ ਦੀ ਜ਼ਰੂਰਤ ਪੈਂਦੀ ਹੋਵੇ, ਇਸਤੇਮਾਲ ਹੁੰਦੇ ਹੋਣ? ਹੈ ਕੋਈ ਇਸ ਤਰ੍ਹਾਂ? ਬਿਲਕੁਲ, ਸ਼ਾਸਤਰੀ ਸੰਗੀਤ ਦੇ ਸਾਜ਼ਾਂ ਦੀ ਜੇ ਗੱਲ ਕਰੀਏ, ਆਪਾਂ ਇਹ ਕਹਿ ਸਕਦੇ ਕਿ ਉਹ ਸਾਰੇ ਲੋਕ ਸਾਜ਼ ਹੀ ਉਹਨਾਂ ਦਾ ਹੀ ਅਗਲਾ ਮੋਡੀਫਾਈਡ ਵੀ ਨਹੀਂ ਕਹਿ ਸਕਦੇ, ਉਹਨਾਂ ਦਾ ਇੱਕ ਅਲੱਗ ਰੂਪ ਹੈ। ਜੇ ਸਿਤਾਰ ਦੀ ਗੱਲ ਕਰੀਏ ਜਾਂ ਜਿੰਨੇ ਵੀ ਸਰੋਦ ਹੈ, ਸੰਤੂਰ ਹੈ, ਸਾਰਿਆਂ ਦੀ ਜਿਹੜੀ ਮਦਰ ਹੈ ਜਾਂ ਮਾਂ ਹੈ, ਉਹ ਤਾਂ ਇੱਕ ਤਾਰਾ ਹੀ ਹੈ ਨਾ। ਤਾਰ ਵਾਲੇ ਸਾਜ਼ ਤੋਂ ਆਈਡੀਆ ਲੈ ਕੇ ਫਿਰ ਅੱਗੇ ਉਹਨਾਂ ਦੀਆਂ ਵੰਨਗੀਆਂ ਬਣਦੀਆਂ ਗਈਆਂ। ਬਿਲਕੁਲ ਇਸੇ ਤਰੀਕੇ ਨਾਲ ਜੇ ਆਪਾਂ ਤਬਲੇ ਦੀ ਗੱਲ ਕਰੀਏ, ਚਰਮ ਸਾਜ਼ ਹੈ। ਆਈਡੀਆ ਜੋ ਮੇਨ ਉਹਦੇ ਪਿੱਛੇ ਕਹਿ ਸਕਦੇ ਹਾਂ ਸਾਇੰਸ ਹੈ, ਉਹੀ ਹੈ ਕਿ ਖੁੱਲੀ ਚੀਜ਼ ਦੇ ਉੱਤੇ ਚਮੜਾ ਮੜ ਕੇ ਧੁਨੀ ਪੈਦਾ, ਉਹਦਾ ਮੂਲ ਦਾ ਨਗਾੜਾ ਹੀ ਹੈ ਨਾ। ਬਿਲਕੁਲ, ਹੈ ਨਾ। ਬਿਲਕੁਲ ਇਸੇ ਤਰੀਕੇ ਨਾਲ ਬੰਸਰੀ ਤਾਂ ਸਾਡੀ ਵੰਜਲੀ ਹੈ, ਇਹਦੇ ਤੇ ਸ਼ਹਿਨਾਈ ਵੀ ਬਣ ਗਈ, ਕਲਾਰਨੈਟ ਬਣ ਗਿਆ। ਅੱਜ ਮਾਡਰਨ ਸਾਜ਼ ਹੈ ਸੈਕਸੋਫੋਨ। ਆਧਾਰ ਤਾਂ ਉਹੀ ਫੂਕ ਨਾਲ ਵੱਜਣ ਵਾਲਾ ਸਾਜ਼ ਜਿਹੜਾ ਤੁਹਾਡੇ ਕੋਲ ਮੇਰੇ ਕੋਲ ਸੀਟੀ ਦਾ ਹੈ ਹੀ ਹੈ ਨਾ, ਆਪਣੇ ਕੋਲ। ਬਿਲਕੁਲ ਗਲਾ ਤਾਂ ਆਪਣੇ ਕੋਲ ਹੈ ਹੀ ਹੈ। ਹਾਂ, ਬੰਸਰੀ ਵੀ ਹੈ ਨਾਲ ਅਲਗੋਜ਼ੇ ਵੀ ਹੈ, ਬੰਸਰੀ ਹੈ ਨਾ। ਬੰਸਰੀ ਨੂੰ ਸਾਡੇ ਪੰਜਾਬ 'ਚ ਨਾ ਬੰਸਰੀ ਨਾ ਕਹਿ ਕੇ ਵੰਜਲੀ ਕਿਹਾ ਜਾਂਦਾ। ਹਾਂ, ਵੰਜਲੀ ਆਏ ਉਂਗਲਾਂ ਰੱਖ ਕੇ। ਹਾਂ, ਇਹ ਵੰਜਲੀ ਵੱਜਦੀ ਹੈ। ਦੇਖੋ ਇਹਦੀ ਕੈਸੀ ਜਾਦੂਈ ਤਾਕਤ ਹੈ ਇਹਦੇ ਵਿੱਚ ਕਿ ਰਾਂਝੇ ਨੇ ਵੰਜਲੀ ਵਜਾ ਕੇ ਦੇਖ ਕੈਸਾ ਕਮਾਇਆ। ਇੱਕ ਲੋਕ ਗਾਥਾ, ਇੱਕ ਪ੍ਰੇਮ ਗਾਥਾ। ਇਹ ਇੱਕ ਵੰਜਲੀ ਦੇ ਨਾਲ ਕੀ ਗੱਲ ਸਾਨੂੰ ਤਸੱਲੀ ਨਹੀਂ ਹੋਈ, ਅਸੀਂ ਦੋ ਜੋੜ ਲਈਆਂ। ਅਸੀਂ ਇਹ ਅਲਗੋਜ਼ੇ ਬਣਾ ਲਏ। ਇਹ ਅਲਗੋਜ਼ੇ ਹੈ ਨਾ ਜੀ, ਬੜਾ ਪਿਆਰਾ ਸਾਜ਼ ਹੈ, ਬੜੀ ਮਿੱਠੀ ਜਿਹੀ ਧੁਨੀ। ਔਰ ਜਿੱਥਾ ਵੰਜਲੀ ਜਿਹੜੀ ਆ ਉਹਦੀ ਆਵਾਜ਼ ਇੱਕ ਫਿਕਸ ਸਕੇਲ ਹੈ, ਮੱਧ ਸਪਤਕ ਦਾ, ਔਰ ਅਲਗੋਜ਼ੇ ਹਮੇਸ਼ਾ ਤਾਰ ਸਪਤਕ ਤੇ ਬੋਲਦੇ ਆ। ਅੱਛਾ। ਔਰ ਦੇਖੋ ਕੈਸੀ ਵਧੀਆ ਚੀਜ਼ ਹੈ, ਇਹਨਾਂ ਨੂੰ ਸਜਾਇਆ ਜਾਂਦਾ ਹੈ, ਇਹਨੂੰ ਜੁਗਨੀਆਂ ਲਾ ਕੇ ਮੋਤੀਆਂ ਦੀਆਂ ਲੜੀਆਂ, ਔਰ ਇੱਕ ਸਾਥ ਦੋਨੋਂ ਇਕੱਠੇ ਵੱਜਦੇ। ਇਹਨਾਂ ਦੀਆਂ ਆਵਾਜ਼ਾਂ ਵੱਖਰੀਆਂ, ਵੰਜਲੀ ਦੀ ਆਵਾਜ਼ ਵੱਖਰੀ। ਲੋਕ ਗੀਤਾਂ, ਲੋਕ ਨਾਚਾਂ ਨਾਲ ਸੱਜਦੇ ਹੀ ਇਹਨਾਂ ਚੀਜ਼ਾਂ ਨਾਲ। ਬਿਲਕੁਲ। ਅੱਛਾ, ਇਹ ਗੱਲ ਹੈ ਕਿ ਇਹ ਜਿਹੜੀਆਂ ਸਾਹ ਬੰਦੇ ਦੇ ਕਹਿੰਦੇ ਫੇਫੜੇ ਮਜ਼ਬੂਤ ਹੋਣ
ਚੰਗਾ ਸਾਹ ਆਉਂਦਾ ਹੋਵੇ, ਫਿਰ ਹੀ ਇਹ ਚੀਜ਼ਾਂ ਨੂੰ ਇਹ ਵਜਾ ਸਕਦਾ ਹੈ। ਸਾਹ ਦੀ ਇਹਨਾਂ ਲੋਕ ਸਾਜ਼ਾਂ ਦੇ ਵਾਸਤੇ ਕਿੰਨੀ ਕੁ ਮਹੱਤਤਾ ਆ, ਕਿੰਨਾ ਕੁ ਸਾਨੂੰ ਉਹ ਸਾਡੇ ਲਈ ਅੰਦਰੂਨੀ ਤੌਰ ਤੇ ਕਹਿੰਦੇ ਨੇ ਕਿ ਜਿਹੜਾ ਕੋਈ ਵੀ ਚੀਜ਼ ਸਾਹ ਦੇ ਨਾਲ ਫੂਕ ਕੇ ਵਜਾਉਣ ਵਾਲੀ ਸੰਖ ਹੀ ਨਹੀਂ ਵੱਜਦਾ ਕਿਸੇ ਦੇ ਕੋਲੋਂ, ਹਾਂਜੀ ਹੈ ਨਾ। ਇਹ ਕਿੰਨੀ ਕੁ ਜ਼ਰੂਰਤ ਮਹਿਸੂਸ ਹੁੰਦੀ ਆ। ਦੇਖੋ ਇਹ ਸਾਰੀਆਂ ਚੀਜ਼ਾਂ ਸਾਡੀ ਮਤਲਬ ਫੇਫੜਿਆਂ ਨੂੰ ਮਜ਼ਬੂਤ ਕਰਦੀਆਂ। ਰਿਆਜ਼ ਜਿਵੇਂ ਕਹਿ ਸਕਦੇ ਨਾ, ਹਵਾ ਦਾ ਕੱਢਣਾ, ਅੰਦਰ ਖਿੱਚਣਾ। ਔਰ ਲੋਕ ਸਾਜ਼ ਜਿਹੜੇ ਨੇ ਉਹ ਸਿਰਫ ਮਨੋਰੰਜਨ ਹੀ ਨਹੀਂ ਹੈ ਜੀ, ਇਹ ਬੰਦੇ ਦੇ ਸਰੀਰਕ, ਮਾਨਸਿਕ, ਦਿਮਾਗੀ ਹਰ ਚੀਜ਼ ਨੂੰ ਇੱਕ ਸੁਰ ਕਰਨ ਵਾਸਤੇ ਇਹਨਾਂ ਦਾ ਮਹੱਤਵ ਹੈ ਜੀ। ਜਿਵੇਂ ਆਪਾਂ ਵਿੰਡ ਇੰਸਟਰੂਮੈਂਟਸ ਦਾ ਕਹਿ ਦਿੰਦੇ ਆ, ਇਹ ਹਵਾ ਨਾਲ ਵੱਜਦੇ ਨੇ, ਹਵਾ ਨੂੰ ਖਿੱਚਣਾ। ਔਰ ਅਲਗੋਜ਼ੇ ਇੱਕ ਲੰਬੀ ਸਾਹ ਵਾਲਾ ਬੰਦਾ ਹੀ ਇਹਨੂੰ ਵਜਾ ਸਕਦਾ ਹੈ ਨਾ, ਉਹਦੇ ਨਾਲ ਫੇਫੜੇ ਮਜ਼ਬੂਤ ਹੁੰਦੇ। ਇਸੇ ਤਰੀਕੇ ਨਾਲ ਢੋਲ ਤੇ ਪੂਰਾ ਜ਼ੋਰ ਲੱਗਦਾ ਹੈ। ਜੀ ਜੀ ਜੀ, ਨਗਾੜਾ ਵਜਾਉਣ ਲੱਗਿਆ ਬਹੁਤ ਜ਼ੋਰ ਲੱਗਦਾ ਜੀ, ਤਕੜਾ ਚਾਹੀਦਾ ਬੰਦਾ, ਤਕੜਾ ਬੰਦਾ ਚਾਹੀਦਾ। ਇਸੇ ਤਰੀਕੇ ਨਾਲ ਜਦੋਂ ਅਸੀਂ ਢੱਡ ਵਜਾਉਂਦੇ ਆ, ਡਮਰੂ, ਅਲੱਗ-ਅਲੱਗ ਪਾਰਟਸ ਜਿਹੜੇ ਨੇ ਆਪਣੇ ਪੋਰਸ ਨੇ, ਐਕੂਪ੍ਰੈਸ਼ਰ ਹੁੰਦਾ, ਐਕੂਪ੍ਰੈਸ਼ਰ ਹੁੰਦਾ। ਤੇ ਇੱਕ ਚਿਮਟਾ ਉਹ ਹੁੰਦਾ ਕਿ ਜਿਸ ਚਿਮਟੇ ਨਾਲ ਸਾਡੀਆਂ ਮਾਵਾਂ ਨੇ ਰੋਟੀਆਂ ਥੱਲੀਆਂ ਨੇ, ਹਾਂਜੀ, ਬੱਚੇ ਵੀ ਥੱਲੇ ਨੇ। ਹਾਂ, ਇਹ ਉਹਦੇ ਤੋਂ ਹੀ ਆਈਡੀਆ ਆਇਆ। ਬੱਚੇ ਨੂੰ ਵੀ ਥੱਲੇ ਆ ਲੱਗਦਾ ਤੁਹਾਡੀ ਚੰਗੀ ਹੈ ਨਾ ਸਾਧਨਾ ਹੈ, ਤਜਰਬਾ ਚੰਗਾ। ਇਹ ਦੇਖੋ ਰਸੋਈ ਚੋਂ ਨਿਕਲ ਕੇ ਹਾਂ ਤੇ ਸਾਜ਼ਾਂ ਦੀ ਵੰਨਗੀ ਚ ਆ ਗਿਆ ਜੀ। ਔਰ ਜ਼ਿਆਦਾ ਇਹਦਾ ਭਗਤੀ ਸੰਗੀਤ ਦੇ ਵਿੱਚ ਇਹਦਾ ਯੂਜ਼ ਹੋਣ ਲੱਗਿਆ। ਦੇਖੋ ਨਿੱਕੇ ਨਿੱਕੇ ਘੁੰਗਰੂ, ਨਾਲ ਇੱਕ ਛੱਲਾ ਵੀ ਹੁੰਦਾ ਉਹਦੇ ਨਾਲ ਟਕ ਟਕ ਕਰਕੇ, ਉਹਦੀ ਆਪਣੀ ਵੱਖਰੀ ਆਵਾਜ਼ ਹੁੰਦੀ ਹੈ ਜੀ। ਔਰ ਆਪਣੇ ਆਪ ਚ ਇੱਕ ਕੰਪਲੀਟ ਸਾਜ਼ ਹੈ, ਇੱਕ ਸਾਜ਼ ਆਪਣੇ ਆਪ ਚ ਕੰਪਲੀਟ ਹੈ। ਜਿਵੇਂ ਆ ਤੁਸੀਂ ਦੇਖੋ, ਹਾਂ, ਇਹ ਵੀ ਡਫਲੀ, ਇਹ ਵੀ ਇੱਕ ਅਵਨਦ ਸਾਜ਼ ਹੈ ਜੀ 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 ਜੀ। ਔਰ ਗੁਰਦਾਸ ਮਾਨ, ਹਾਂ, ਆ ਨਾਲ ਖੜਕਦੀਆਂ ਹੈ ਨਾ, ਬਿਲਕੁਲ ਬਿਲਕੁਲ। ਦੇਖੋ ਹਰ ਇੱਕ ਚੀਜ਼ ਦੀ ਆਪੋ ਆਪਣੀ ਧੁਨੀ ਹੈ, ਆਪੋ ਆਪਣਾ ਸੰਗੀਤ ਪੈਦਾ ਕਰਦੀਆਂ। ਔਰ ਸਾਡੇ ਇਨਸਾਨ ਦੀ ਜੇਕਰ ਅਸੀਂ ਆਪਣੀ ਫਿਤਰਤ ਦੇਖੀਏ, ਅਸੀਂ ਹਰ ਚੀਜ਼ ਵਾਸਤੇ ਸੰਗੀਤ ਪੈਦਾ ਕੀਤਾ ਹੈ। ਜਦੋਂ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਕਿਤੇ ਬੋਰ ਨਾ ਹੋ ਜਾਈਏ, ਬਲਦਾਂ ਦੇ ਗਲ ਟੱਲੀਆਂ ਬੰਨ੍ਹ ਦਿੱਤੀਆਂ, ਇੱਕ ਤਾਂ ਉਹਨਾਂ ਦੀ ਚਾਲ ਦਾ ਪਤਾ ਲੱਗਦਾ ਰਹਿੰਦਾ ਕਿ ਉਹ ਚੱਲਦੇ ਆ, ਖੜੇ ਤਾਂ ਨਹੀਂ ਕਿਤੇ, ਤੇ ਦੂਸਰਾ ਉਹਨਾਂ ਦਾ ਆਪਣਾ ਵੀ ਉਹ ਸੰਗੀਤ ਪੈਦਾ ਹੁੰਦਾ ਹੈ। ਉਹ ਆਬੋ ਹਵਾ ਦੇ ਵਿੱਚ ਸੰਗੀਤ ਹੈ ਸਾਡੇ। ਅਸੀਂ ਆਪਣੇ ਹਰ ਇੱਕ ਜੀਵਨ ਦੇ ਨਾਲ ਜੁੜਿਆ ਹੋਇਆ, ਹਰ ਇੱਕ ਚੀਜ਼ ਦੇ ਨਾਲ ਜੁੜਿਆ ਹੋਇਆ ਅਸੀਂ ਸੰਗੀਤ ਪੈਦਾ ਕੀਤਾ, ਚਾਹੇ ਉਹ ਭਗਤੀ ਦੇ ਨਾਲ ਜੁੜਿਆ ਹੋਵੇ, ਚਾਹੇ ਸਾਡੀ ਲੜਾਈਆਂ ਦੇ ਨਾਲ, ਜੰਗਾਂ ਦੇ ਨਾਲ, ਯੁੱਧਾਂ ਦੇ ਨਾਲ ਜੁੜਿਆ ਹੋਵੇ, ਸਾਡੇ ਜਨਮ ਤੇ ਮਰਨ ਦੇ ਨਾਲ, ਸਾਡੇ ਸੁੱਖਾਂ ਤੇ ਦੁੱਖਾਂ ਦੇ ਨਾਲ ਇਹ ਸੰਗੀਤ ਜੁੜਿਆ ਹੋਇਆ। ਇਹਦੇ ਬਾਰੇ ਕੀ ਕਹੋਗੇ? ਹਾਂ, ਦੇਖੋ ਆਪਾਂ ਸੰਗੀਤ ਦਾ ਤਾਂ ਅਜੋਕੀ ਜਿਹੜੀ ਮਨੁੱਖੀ ਜਾਤ ਹੈ ਉਸ ਦੇ ਨਾਲ ਸੰਬੰਧ ਹੈ, ਲੇਕਿਨ ਖਾਸ ਤੌਰ ਤੇ ਪੰਜਾਬ ਦੇ ਜੀਵਨ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਲੋਕ ਸਾਜ਼ਾਂ ਦੀ ਗੱਲ ਹੋ ਰਹੀ ਹੈ। ਤੇ ਪੰਜਾਬੀ ਦੇ ਜਨਮ ਸਮੇਂ ਜਿਹੜੀ ਉਹ ਕਹਿੰਦੇ ਕਹੇ ਦੇ ਥਾਲ ਦੀ ਆਵਾਜ਼ ਹੈ, ਉੱਥੋਂ ਉਹਦਾ ਸੰਗੀਤ ਨਾਲ ਨਾਤਾ ਜੁੜਦਾ ਹੈ ਜੀ। ਉਸ ਤੋਂ ਬਾਅਦ ਘਰ ਵਿੱਚ ਸ਼ੁਰੂ ਹੋ ਜਾਂਦੇ ਰਸਮਾਂ ਸ਼ੁਰੂ ਹੋ ਜਾਂਦੀਆਂ ਬੱਚੇ ਦੀਆਂ, ਔਰ ਉਹ ਬਿਨਾਂ ਢੋਲਕੀਆਂ ਛੈਣਿਆਂ ਦੇ ਤਾਂ ਉਹ ਮੁਕੰਮਲ ਨਹੀਂ ਹੁੰਦੀਆਂ ਜੀ। ਫਿਰ ਵਿਆਹ, ਕੁੜਮਾਈ, ਉਹ ਸਾਰਾ ਕੁਛ ਉਹਦਾ ਲੋਕ ਸਾਜ਼ਾਂ ਦੀ ਉਹਦੇ ਵਿੱਚ ਹੀ ਹੋਣਾ ਹੈ ਨਾ। ਬਿਲਕੁਲ। ਬਾਅਦ ਚੋਂ ਜਦੋਂ ਜਵਾਨ ਜੋਸ਼ੀਲਾ ਗੱਭਰੂ ਹੋ ਗਿਆ, ਭੰਗੜੇ ਗਿੱਧਿਆਂ ਚ ਰਮ ਗਿਆ। ਬਿਲਕੁਲ। ਫਿਰ ਉਹ ਲੋਕ ਸੰਗੀਤ, ਤੇ ਜਦੋਂ ਅੰਤ ਮਿਰਤੂ ਕਹਿੰਦੇ ਨਾ ਟੱਲ ਦੀ ਆਵਾਜ਼ ਦੇ ਵਿੱਚ ਫਿਰ ਉਹ ਬਾਡੀ ਨੂੰ ਜਿਹੜਾ ਨਾ ਆਖਰੀ ਯਾਤਰਾ ਹੁੰਦੀ ਹੈ। ਬਿਲਕੁਲ। ਇਸ ਤਰੀਕੇ ਨਾਲ ਪੰਜਾਬੀ ਜਿਹੜਾ ਹੈ ਉਹ ਲੋਕ ਸੰਗੀਤ ਜਾਂ ਲੋਕ ਸਾਜ਼ਾਂ ਦੀ ਆਵਾਜ਼ ਵਿੱਚ ਹੀ ਜੰਮਦਾ ਹੈ, ਤੇ ਲੋਕ ਸਾਜ਼ਾਂ ਦੀ ਸੰਗਤ ਵਿੱਚ ਜੀਂਦਾ ਹੋਇਆ, ਲੋਕ ਸਾਜ਼ਾਂ ਦੀ ਸੰਗਤ ਵਿੱਚ ਹੀ ਅਨਾਹਦ ਨਾਦ, ਦੇਖੋ ਨਾਦ ਚੋਂ ਉਪਜਿਆ ਅਨਹਦ ਨਾਦ ਵਿੱਚ ਜਾ ਕੇ ਸਮਾ ਜਾਂਦਾ। ਕੀ ਬਾਤ ਹੈ। ਔਰ ਸੰਗੀਤ ਸਾਡੇ ਅੰਗ ਸੰਗ ਹਮੇਸ਼ਾ ਰਹਿੰਦਾ ਹੈ। ਔਰ ਜੇਕਰ ਅਸੀਂ ਗੱਲ ਕਰੀਏ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਗਾਇਕ ਨੇ, ਇੱਕ ਪੰਜਾਬ ਦੇ ਲੋਕ ਗਾਇਕ ਐਸੇ ਸੀਗੇ ਕਿ ਜਿਹੜੇ ਆਪਣੀਆਂ ਨਾ ਉਹ ਕਿਸੇ ਸਮੇਂ ਉਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਸੁਣਾਈ ਸੀ, ਤੇ ਮੈਂ ਉਸ ਅਖਾੜੇ ਦੇ ਵਿੱਚ ਬੈਠਾ ਉਹਨਾਂ ਦੀ ਗੱਲ ਸੁਣ ਰਿਹਾ ਸੀ। ਉਹ ਕਹਿੰਦੇ ਸੀ ਕਿ ਕਿਸੇ ਸਮੇਂ ਉਹਨਾਂ ਨੂੰ ਜੇਲ੍ਹ ਹੋ ਗਈ ਸੀ। ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਜੀ ਆਏ, ਕੋਈ ਪ੍ਰੋਗਰਾਮ ਰੱਖਿਆ, ਔਰ ਉਹਨੇ ਆਪਣੀਆਂ ਬੇੜੀਆਂ ਦੇ ਨਾਲ ਇੱਕ ਡੰਡਾ ਜਿਹਾ ਲਿਆ ਤੇ ਖੜਕਾ ਕੇ ਉਹ ਗੀਤ ਗਾਏ। ਉਹਨਾਂ ਨੇ ਕਿਹਾ ਕਿ ਯਾਰ ਇਹ ਤਾਂ ਗਵਈਆ ਬਹੁਤ ਵਧੀਆ, ਇਹਦੀ ਸਜ਼ਾ ਮਾफ़ ਕਰੋ। ਸਜ਼ਾ ਮਾफ़ ਕੀਤੀ। ਉਹ ਬਾਹਰ ਆਏ, ਬਾਹਰ ਆਣ ਕੇ ਉਹਨਾਂ ਨੇ ਆਪਣੀਆਂ ਬਾਹਾਂ ਦੇ ਉੱਪਰ ਐਡੇ ਕੜੇ ਪਾ ਲਏ ਲੋਹੇ ਦੇ, ਮੋਟੇ, ਔਰ ਲੋਹੇ ਪਾ ਕੇ ਫਿਰ ਇੱਕ ਹੱਥ ਦੇ ਵਿੱਚ ਡੰਡਾ ਰੱਖ ਕੇ ਉਹ ਗਾਉਣ ਲੱਗੇ। ਪੰਜਾਬ ਦੇ ਲੋਕ ਮਨਾਂ ਦੇ ਉੱਪਰ ਛਾ ਗਏ, ਇੰਨੇ ਵੱਡੇ ਲੋਕ ਗਾਇਕ ਬਣੇ। ਇਸੇ ਤਰ੍ਹਾਂ ਹੀ ਹਰ ਕਲਾਕਾਰ ਨੇ। ਜੇਕਰ ਤੁਸੀਂ ਗੁਰਦਾਸ ਮਾਨ ਦਾ ਜ਼ਿਕਰ ਕੀਤਾ, ਉਹਨਾਂ ਨੇ ਡਫਲੀ ਰੱਖੀ ਆਪਣੇ ਕੋਲ। ਜੇਕਰ ਅਸੀਂ ਮੁਹੰਮਦ ਸਦੀਕ ਦੀ ਗੱਲ ਕਰੀਏ, ਤੂੰਬੀ ਰੱਖੀ ਹੈ। ਹੋਰ ਬਹੁਤ ਸਾਰੇ ਕਲਾਕਾਰਾਂ ਨੇ। ਔਰ ਜਮਲਾ ਜੱਟ ਦੀ ਜੇਕਰ ਅਸੀਂ ਗੱਲ ਕਰੀਏ, ਉਹਨਾਂ ਨੇ ਤੂੰਬੀ ਇਜਾਦ ਕੀਤੀ ਹੈ। ਇਸੇ ਤਰ੍ਹਾਂ ਹਰ ਕਲਾਕਾਰ ਨੇ ਆਪਣੇ ਕੋਲ ਕੋਈ ਨਾ ਕੋਈ ਸਾਜ਼ ਰੱਖਿਆ। ਜੇਕਰ ਆਪਾਂ ਬੀਬਾ ਸੁਰਿੰਦਰ ਕੌਰ ਜੀ ਦੀ ਗੱਲ ਕਰੀਏ, ਹੱਥ ਵਿੱਚ ਘੁੰਗਰੂ ਰੱਖਦੇ ਸੀਗੇ, ਉਹਨਾਂ ਦੀ ਪਛਾਣ ਬਣ ਗਈ ਹੈ। ਹਾਂ, ਇਹ ਇਸ ਤਰ੍ਹਾਂ ਇਹ ਜਿਹੜੀਆਂ ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਨੇ,
ਇਹ ਸਾਡੇ ਅੰਗ ਸੰਗ ਰਹਿੰਦੀਆਂ ਨੇ। ਇਹ ਅਸੀਂ ਦਿਮਾਗੀ ਸਾਡੀ ਉਪਜ ਹੈ ਕਿ ਅਸੀਂ ਇਹਨਾਂ ਨੂੰ ਪੈਦਾ ਕਰ ਲੈਂਦੇ ਹਾਂ। ਇਹ ਸਾਡੇ ਆਲੇ ਦੁਆਲੇ ਪਏ ਨੇ, ਦੇਖਦੇ ਨਹੀਂ ਅੱਜ ਅਸੀਂ ਅਜੋਕੇ ਸਮੇਂ ਦੇ ਵਿੱਚ ਸਾਡਾ ਕੀ ਹਾਲ ਹੋ ਗਿਆ, ਸਾਡੇ ਇਹ ਸਾਜ਼ ਕਿੱਥੇ ਚਲੇ ਗਏ ਨੇ, ਕਿਉਂ ਸਾਨੂੰ ਅਜੋਕੇ ਸਮੇਂ ਦੇ ਵਿੱਚ ਇਹ ਸਾਜ਼ ਸਾਡੇ ਘਰਾਂ ਦੇ ਵਿੱਚੋਂ, ਸਾਡੀਆਂ ਖੁਸ਼ੀਆਂ ਦੇ ਵਿੱਚੋਂ ਲੱਭਦੇ ਨਹੀਂ। ਵੇਖੋ ਘਰਾਂ ਦੇ ਵਿੱਚੋਂ ਸੰਗੀਤ ਦੀ ਗੱਲ ਕਰੀਏ ਤਾਂ ਉਹ ਕਿਉਂਕਿ 5 ਤੱਤਾਂ ਤੋਂ ਪ੍ਰਕਿਰਤੀ ਬਣੀ ਹੈ, 5 ਤੱਤਾਂ ਤੋਂ ਬੰਦੇ ਦਾ ਸਰੀਰ ਬਣਿਆ, ਇਹਨਾਂ ਦਾ ਆਪਸ ਵਿੱਚ ਨਾਤਾ ਤਾਂ ਬਣਿਆ ਹੀ ਰਹਿੰਦਾ। ਘਰਾਂ ਵਿੱਚ ਜਿੱਥੇ ਕਹਿਆਂ ਤੇ ਆਹ ਕੀ ਹੁੰਦੇ ਸੀ, ਛੰਨੇ ਹੁੰਦੇ ਸੀ, ਪਰਾਤਾਂ, ਅੱਜ ਕੱਲ੍ਹ ਬਰਤਨ ਰਸੋਈਆਂ ਚੋਂ ਗਾਇਬ ਹੋ ਗਏ, ਹੈ ਨਾ। ਇੰਨਾ ਆਧੁਨਿਕ ਯੁੱਗ ਦਾ ਪ੍ਰਭਾਵ ਰਿਹਾ। ਹੁਣ ਡਿਨਰ ਸੈੱਟ ਨੂੰ ਤਾਂ ਖੜਕਾਉਣੋਂ ਰਹੇ, ਹੁਣ ਕਿੱਥੇ, ਹੁਣ ਤਾਂ ਬੱਚੇ ਵੀ ਹਸਪੀਟਲ 'ਚ ਹੈ ਨਾ, ਉੱਥੋਂ ਹੁੰਦੇ ਨੇ ਤੇ ਕਿਹੜਾ ਥਾਲ ਖੜਕਾਵੇ, ਬੈਕਟੀਰੀਆ ਇਨਫੈਕਸ਼ਨ ਭਜਾਉਣ ਲਈ ਹੁਣ ਤਾਂ ਸਪਰੇਅ ਚੱਲ ਪਏ। ਬਿਲਕੁਲ 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 ਜੀ। ਤੇ ਢੋਲ ਹੈ ਇਸ ਵੇਲੇ ਸਿਰਮੌਰ ਹੈ, ਇੰਟਰਨੈਸ਼ਨਲ ਪੱਧਰ ਤੇ ਜਿਹੜਾ ਬਣ ਰਿਹਾ। ਬਸ ਇਹ ਹੋਇਆ ਕਿ ਇਹ ਜਿਹੜਾ ਚਮੜੇ ਨਾਲ ਮੜਿਆ ਇਹਦਾ ਇੱਕ ਜਿਹੜਾ ਸਾਈਡ ਹੈ, ਇਹਦਾ ਪਾਸਾ ਹੈ, ਉਹਦੀ ਥਾਂ ਤੇ ਇੱਕ ਨਵਾਂ ਮਟੀਰੀਅਲ ਫਾਈਬਰ ਜਿਹਨੂੰ ਕਹਿੰਦੇ ਨੇ ਨਾ, ਉਹ ਯੂਜ਼ ਹੋਣ ਲੱਗ ਗਿਆ। ਪਲਾਸਟਿਕ ਜਿਹੀ ਹੈ, ਹਾਂਜੀ ਹਾਂਜੀ, ਤੇ ਉਹਦਾ ਇਸਤੇਮਾਲ ਹੋਣ ਲੱਗ ਗਿਆ ਕਿਉਂਕਿ ਉਹ ਦੇਰ ਤੱਕ ਟਿਕਿਆ ਵੀ ਰਹਿੰਦਾ ਜਾਂ ਜੋ ਵੀ ਹੈ। ਪਰ ਇਹਦੇ ਨਾਲ ਇਹਦੀ ਆਵਾਜ਼ ਵੀ, ਇਹਦੀ ਧੁਨੀ ਵੀ ਤਾਂ ਬਦਲੀ ਹੈ। ਬਿਲਕੁਲ, ਔਰ ਓਰੀਜਨਲ ਆਵਾਜ਼ ਤਾਂ ਉਹ ਰਹਿ ਨਹੀਂ ਗਈ। ਜੀ ਜੀ ਹੈ ਨਾ। ਅੱਜ ਕੱਲ ਤੁਰਤ ਫੁਰਤ ਦੀ ਤਾਂ ਜ਼ਿੰਦਗੀ ਹੈ, ਉਹ ਝੱਟ ਹੀ ਕੰਮ ਹੋ ਜੇ, ਹੈ ਨਾ। ਕਿਉਂਕਿ ਜੇ ਖਾਲਸ ਚਮੜੇ ਦਾ ਮੜਿਆ ਜਾਏਗਾ ਤੇ ਸੁਰ ਚਾੜਨ ਵਾਸਤੇ ਇਹਨੂੰ ਗਰਮ ਵੀ ਕਰਨਾ ਪਊਗਾ, ਇਹਨੂੰ ਸੇਕ ਦੇਣਾ ਪਊਗਾ, ਹੈ ਨਾ। ਤੇ ਜੇ ਸੁਰ ਥੱਲੇ ਲਾਉਣਾ ਤਾਂ ਫਿਰ ਇਹਨੂੰ ਗਿੱਲਾ ਕਰੋ, ਜਾਂ ਇਹਨੂੰ ਨਮੀ ਚਾਹੀਦੀ ਆ, ਮੋਇਸਚਰ ਚਾਹੀਦਾ। ਉਹ ਸਾਰੀਆਂ ਚੀਜ਼ਾਂ ਤੋਂ ਬਚ ਗਿਆ, ਪਲਾਸਟਿਕ ਆ ਗਈ, ਨਾ ਗਰਮੀਆਂ 'ਚ ਨਾ ਸਰਦੀਆਂ 'ਚ ਇਹਦੀ ਧੁਨੀ ਤੇ ਕੋਈ ਅਸਰ ਨਹੀਂ ਹੋਣਾ। ਤੇ ਜੇਕਰ ਅਸੀਂ ਲੋਕ ਸਾਜ਼ਾਂ ਦੀ ਗੱਲ ਕਰੀਏ, ਜਦੋਂ ਸੰਗੀਤ ਮਹਾ ਸਭਾਵਾਂ ਹੁੰਦੀਆਂ ਨੇ, ਜੇਕਰ ਅਸੀਂ ਸ਼ਾਸਤਰੀ ਸੰਗੀਤ ਦੀ ਗੱਲ ਕਰੀਏ, ਕੱਲਾ ਕੱਲਾ ਸਾਜ਼ ਜਿਹੜਾ ਉਹ ਵੱਜਦਾ ਹੈ। ਹਾਂਜੀ, ਕੀ ਇਸ ਤਰ੍ਹਾਂ ਸੰਭਵ ਹੈ ਕਿ ਸਾਡੇ ਲੋਕ ਸਾਜ਼ਾਂ ਦੀ ਇਕਹਿਰੀ ਪੇਸ਼ਕਾਰੀ ਹੋਵੇ, ਜਿਹਨੂੰ ਆਪਾਂ ਸੋਲੋ ਕਹਿੰਦੇ ਕਿ ਸਾਜ਼ ਸਾਡਾ ਵੱਜਦਾ ਹੋਵੇ? ਕਿਸ ਤਰ੍ਹਾਂ ਸੰਭਵ ਹੈ ਕਿ ਇਸ ਤਰ੍ਹਾਂ ਹੋ ਸਕੇ ਕੋਈ? ਦੇਖੋ, ਜਿਹੜਾ ਲੋਕ ਸੰਗੀਤ ਹੈ ਜਾਂ ਲੋਕ ਸਾਜ਼ ਹੈ, ਉਹ ਲੋਕ ਧੁਨਾਂ ਨੂੰ ਫੋਲੋ ਕਰਦੇ ਨੇ, ਤੇ ਲੋਕ ਧੁਨਾਂ ਇੰਨੀਆਂ ਸੁਭਾਵਿਕ ਹੁੰਦੀਆਂ ਜਿਨ੍ਹਾਂ 'ਚ ਕੋਈ ਹੇਰ ਫੇਰ ਨਹੀਂ ਹੁੰਦਾ ਜੀ, ਕੋਈ ਸੁਰਾਂ ਦਾ ਬਹੁਤਾ ਜ਼ਿਆਦਾ ਪ੍ਰਯੋਗ ਨਹੀਂ ਹੁੰਦਾ। ਵਾਧੂ ਲੋਕ ਗੀਤ 2 3 4 ਸੁਰਾਂ ਦੇ ਵਿੱਚ ਹੀ ਹੁੰਦੇ, 2 3 ਸੁਰਾਂ, ਕਈ ਤਾਂ ਬਿਲਕੁਲ ਹੀ 2 3 ਸੁਰਾਂ ਦੇ ਵਿੱਚ ਹੀ ਹੁੰਦੇ ਨੇ। ਔਰ ਇਹ 2 3 ਸੁਰਾਂ ਦੇ ਵਿੱਚ ਕਰਾਮਾਤ ਦਿਖਾਉਣੀ, ਇੱਕ ਤਾਰੇ ਦੇ ਇੱਕ ਤਾਰ ਦੇ ਉੱਤੇ ਜਿੰਨਾ ਕੁ ਪੋਸੀਬਲ ਹੋ ਸਕਦਾ ਉਹ ਹੁੰਦਾ। ਪਰ ਇਹਨੂੰ ਜੇ ਸੋਲੋ ਇਹਦੀ ਪਰਫਾਰਮੈਂਸ ਦੀ ਆਪਾਂ ਗੱਲ ਕਰੀਏ ਤਾਂ ਉਹ ਥੋੜਾ, ਮੈਂ ਇੰਪੋਸੀਬਲ ਤਾਂ ਨਹੀਂ ਕਹੂੰਗੀ, ਚੈਲੰਜਿੰਗ ਜ਼ਰੂਰ ਹੋ ਸਕਦਾ। ਤੇ ਹਾਲੇ ਤੱਕ ਇਹੋ ਜਿਹਾ ਚੈਲੰਜ ਮੈਂ ਸੁਣਿਆ ਨਹੀਂ ਕਿਸੇ ਨੇ ਲਿਆ ਕਿ ਉਹ ਇੱਕ ਤੂੰਬੀ ਦੇ ਉੱਤੇ ਪੂਰਾ ਰਾਗ ਦੀ ਪੇਸ਼ਕਾਰੀ 40 ਮਿੰਟ ਦੀ ਜਾਂ 50 ਮਿੰਟ ਦੀ ਪੋਸੀਬਲ ਹੋ ਸਕੇ। ਬਾਕੀ ਸਰੰਗੀ ਜਿਹੜੀ ਹੈ, ਸਰੰਗੀ ਐਕਚੁਅਲੀ ਇਹ ਬੇਸਿਕਲੀ ਪੰਜਾਬੀ ਸਾਜ਼ ਨਹੀਂ ਹੈ, ਇਹ ਅਰਬ ਤੋਂ ਆਇਆ ਇੱਕ ਸਾਜ਼ ਹੈ ਜਿਹੜਾ ਇੱਥੇ ਪ੍ਰਚਾਰ ਹੋਇਆ। ਇਹਦਾ ਸ਼ਾਸਤਰੀ ਸੰਗੀਤ ਵਿੱਚ ਪੂਰਾ ਯੂਜ਼ ਹੋ ਰਿਹਾ। ਔਰ ਇੱਕ ਇਹੀ ਲੋਕ ਸੰਗੀਤ ਦਾ ਸਾਜ਼ ਹੈ ਜਿਹੜਾ ਸ਼ਾਸਤਰੀ ਸੰਗੀਤ ਔਰ ਲੋਕ ਸੰਗੀਤ ਦੋਹਾਂ ਦੇ ਵਿੱਚ ਬਰਾਬਰ ਪ੍ਰਯੋਗ ਹੋ ਰਿਹਾ। ਬਾਕੀ ਢੋਲ ਹੈ, ਕਈ ਅੱਜ ਕਲਾਕਾਰ ਆ ਰਹੇ ਨੇ ਜਿਹੜੇ ਸੋਲੋ ਪਰਫਾਰਮੈਂਸ ਇਹਦੀ ਨੇ, ਪਰ ਕਿੰਨਾ ਕੁ ਕੋਈ ਵਜਾ ਸਕਦਾ ਹੈ। ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰੀਏ ਕਿ ਸਾਡਾ ਜਿਹੜਾ ਜੀਵਨ ਆ, ਇਹ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਇਹ ਕੀ ਕਹਿੰਦੇ ਸ਼ੁਰੂ ਤੋਂ ਲੈ ਕੇ ਆਖੀਰ ਤੱਕ ਲੋਕ ਸਾਜ਼ਾਂ ਦੇ ਵਿੱਚ ਅਸੀਂ ਸੰਗੀਤ ਵਿੱਚ ਵਿਚਰਦਿਆਂ ਲਗਾਉਂਦੇ ਹਾਂ। ਜੇਕਰ ਇਹ ਲੋਕ ਸਾਜ਼ ਨਾ ਹੋਣ, ਇਹ ਸੰਗੀਤ ਨਾ ਹੋਵੇ, ਜੀਵਨ ਕਿਹੋ ਜਿਹਾ ਹੋਵੇ? ਦੇਖੋ, ਲੋਕ ਸਾਜ਼ ਜਾਂ ਲੋਕ ਸੰਗੀਤ ਨਾ ਹੋਵੇ ਤੇ ਫਿਰ ਯੋਗੀ ਜੀ ਲੋਕ ਜੀਵਨ ਵੀ ਨਾ ਹੋਵੇ। ਅੱਛਾ, ਕਿਉਂਕਿ ਇਹਨਾਂ 'ਚ ਹੀ ਜੀਵਨ ਹੈ। ਬਿਲਕੁਲ, ਇਹਨਾਂ ਦੇ ਵਿੱਚੋਂ ਜੀਵਨ ਨਿਕਲਦਾ, ਜ਼ਿੰਦਗੀ ਨਿਕਲਦਾ। ਅਸੀਂ ਗੱਲ ਕਰਦੇ ਸੀ ਨਾ ਕਿ ਸੰਗੀਤ ਬੰਦੇ ਨੇ ਪੈਦਾ ਕੀਤਾ, ਮਨੁੱਖ ਨੇ ਨਾ, ਸੰਗੀਤ ਨੇ ਮਨੁੱਖ ਨੂੰ ਪੈਦਾ ਕੀਤਾ, ਉਹਨੇ ਸੋਝੀ ਦਿੱਤੀ ਤਾਂ ਅੱਗੇ ਤੋਂ ਅੱਗੇ ਅੱਜ ਇਹ ਰੂਪ ਜਿਹੜਾ ਹੈ ਜੀ ਉਹ ਸਾਹਮਣੇ ਆਇਆ। ਬਿਲਕੁਲ ਜੀ। ਔਰ ਹੁਣ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਸਾਰੀ ਚੀਜ਼ ਨੂੰ, ਆਪਣੀ ਸੰਸਕ੍ਰਿਤੀ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਲੋਕ ਸਾਜ਼ਾਂ ਨੂੰ ਸੰਭਾਲਣ ਦੇ ਵਾਸਤੇ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ? ਬਹੁਤ ਵਧੀਆ ਸਵਾਲ ਕੀਤਾ ਯੋਗੀ ਜੀ ਤੁਸੀਂ। ਬਹੁਤ ਜ਼ਰੂਰਤ ਹੈ ਅਜੋਕੇ ਸਮੇਂ ਵਿੱਚ ਇਹੋ ਜਿਹੀਆਂ ਜਿੱਦਾਂ ਇਹ ਟਾਕ ਹੋ ਰਹੀ ਹੈ ਸਾਡੀ, ਇਹਦਾ ਇੱਕ ਬਹੁਤ ਵੱਡਾ ਰੋਲ ਰਹੇਗਾ ਜੀ। ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਹ ਸਾਜ਼ਾਂ, ਦੇਖੋ ਕਈ ਬੱਚਿਆਂ ਨੇ ਤਾਂ ਇਹ ਵੇਖੇ ਨਹੀਂ ਹੋਣੇ, ਜਦ ਇਹ ਸਾਜ਼ ਮੇਰੇ ਆਪ ਦੇ ਬੱਚੇ, ਚਾਹੇ ਮੈਂ ਸੰਗੀਤ ਦੇ ਫੀਲਡ ਤੋਂ ਆ, ਮੇਰੇ ਛੋਟੇ ਬੇਟੇ ਲਈ ਇਹ ਚੀਜ਼ਾਂ ਨਵੀਆਂ ਸਨ। ਉਹ ਇੱਕ ਇੱਕ ਨੂੰ ਚੱਕ ਕੇ ਪੁੱਛ ਰਿਹਾ ਸੀ, ਮੰਮੀ ਇਹ ਕਿਵੇਂ ਵੱਜਦਾ ਹੈ, ਇਹਦਾ ਕੀ ਨਾਂ ਹੈ। ਤੇ ਇਹੋ ਜਿਹੇ ਉਪਰਾਲੇ ਹੋਣ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਾਜ਼ਾਂ ਨਾਲ ਜਾਣੂ ਕਰਵਾਈਏ। ਕੁਝ ਇਹੋ ਜਿਹਾ ਵੀ ਹੋਵੇ ਕਿ ਇਹਨਾਂ ਦੇ ਮਿਊਜ਼ੀਅਮ ਬਣਾਏ ਜਾਣ ਜਿੱਥੇ ਦਿਖਾਇਆ ਜਾਵੇ, ਜਾਂ ਜਿਹੜੇ ਲੋਕ ਕਲਾਕਾਰ ਨੇ, ਅੱਜ ਸਭ ਤੋਂ ਜ਼ਿਆਦਾ ਮਾਰ ਲੋਕ ਕਲਾਕਾਰ ਜਿਹੜਾ ਹੈ ਉਹ ਸਹਿ ਰਿਹਾ। ਬਿਲਕੁਲ ਬਿਲਕੁਲ, ਹੈ ਨਾ। ਉਸ ਨੂੰ ਮਿਹਨਤਾਨਾ ਵੀ ਘੱਟ ਦਿੱਤਾ ਜਾ ਰਿਹਾ। ਇੱਕ ਢੋਲੀ ਹੈ, ਉਸ ਨੂੰ ਘਰ ਦੇ ਪ੍ਰੋਗਰਾਮ ਤੇ ਸੱਦ ਲਿਆ ਜਾਂਦਾ, ਪੈਸੇ ਦੇ ਮੋਲ ਭਾਅ ਕੀਤੇ ਜਾਂਦੇ, ਸਾਰੀ ਦਿਹਾੜੀ ਉਹ ਬੜੀ ਜਾਨ ਨਾਲ, ਬੜੀ ਰੂਹ ਨਾਲ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਣਾ
ਬਹੁਤ ਵੱਡੀ ਗੱਲ ਹੁੰਦੀ ਹੈ। ਜੀ 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 ਉਹ ਖੁਸ਼ ਹੋ ਕੇ ਅੱਜ ਉਹਨੂੰ ਕੀ ਮਿਲਦਾ? ਜ਼ਰੂਰਤ ਹੈ ਲੋਕ ਕਲਾਕਾਰਾਂ ਨੂੰ ਪ੍ਰਮੋਟ ਕੀਤਾ ਜਾਵੇ, ਬਿਲਕੁਲ ਜੀ। ਔਰ ਅਸਲ ਲੋਕ ਕਲਾਕਾਰਾਂ ਨੂੰ, ਨਾ ਕਿ ਜੋ ਲੋਕ ਸੰਗੀਤ ਦੇ ਨਾਂ ਤੇ, ਲੋਕ ਗਾਇਕੀ ਦੇ ਨਾਂ ਤੇ ਜੋ ਕੁਝ ਮੈਂ ਕੀ ਮਰਜ਼ੀ ਕਵਾਂ। ਪਰੋਸੀ ਜਾਂਦੇ ਆ, ਬਸ, ਹਨਾ। ਤੇ ਹੁਣ ਅਸੀਂ ਜਾਂਦੇ ਜਾਂਦੇ ਇਹ ਵੀ ਸਵਾਲ ਪੁੱਛਣਾ ਚਾਹਾਂਗੇ ਕਿ ਅੱਜ ਸਾਡੇ ਸਾਜ਼ ਜਿਹੜੇ ਆ ਉਹ ਮੂੰਹ ਮਹਾਂਦਰਾ ਵਟਾ ਰਹੇ ਨੇ। ਬਹੁਤ ਕੁਝ ਆ ਗਿਆ, ਆਕਟੋਪੈਡ ਆ ਗਿਆ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ। ਬਿਲਕੁਲ। ਚਲੋ ਤਰੱਕੀ ਵੀ ਕਰਨੀ ਚਾਹੀਦੀ ਹੈ, ਪਰ ਤੁਹਾਨੂੰ ਲੱਗਦਾ ਕਿ ਉਹਨਾਂ ਚੀਜ਼ਾਂ ਨੇ ਸਾਡੇ ਲੋਕ ਸਾਜ਼ਾਂ ਨੂੰ ਦੱਬ ਲਿਆ ਕਿਤੇ? ਬਿਲਕੁਲ ਤਰੱਕੀ ਕਰਨੀ ਚਾਹੀਦੀ, ਪਰ ਆਪਣਾ ਮੂਲ ਕਦੇ ਨਹੀਂ ਭੁੱਲਣਾ ਚਾਹੀਦਾ, ਉਹ ਨਹੀਂ ਛੱਡਣਾ ਚਾਹੀਦਾ। ਅੱਜ ਤੁੰਬੀ, ਸਰੰਗੀ, ਇਹ ਹਰ ਤਰ੍ਹਾਂ ਦੇ ਸਾਜ਼ ਦੀ ਆਵਾਜ਼, ਇੱਕ ਸਿੰਥੇਸਾਈਜ਼ਰ ਨਾਂ ਦਾ ਇੱਕ ਇਨਸਟਰੂਮੈਂਟ ਹੈ, ਸਾਰੇ ਸਾਜ਼ ਉਹਦੇ ਵਿੱਚ ਵੱਜ ਰਹੇ ਆ। ਤੁਸੀਂ ਦੇਖੋ, ਕੋਈ ਵੀ ਅੱਜ ਇੱਕ ਥੋੜਾ ਬਹੁਤ ਸੰਗੀਤ ਦੀ ਜਾਣਕਾਰੀ ਰੱਖਣ ਵਾਲਾ ਇੱਕ ਕਮਰੇ ਦੇ ਵਿੱਚ ਆਪਣਾ ਕੰਪਿਊਟਰ ਰੱਖ ਲੈਂਦਾ, ਕੀਬੋਰਡ ਰੱਖ ਲੈਂਦਾ, ਕਿ ਉਹ ਸਟੂਡੀਓ ਬਣ ਗਿਆ। ਬਿਲਕੁਲ ਜੀ। ਉਥੋਂ ਕੈਸੇ ਕੈਸੇ ਫੋਕ ਮਿਊਜ਼ਿਕ ਉਥੋਂ ਬਣ ਕੇ ਆ ਰਿਹਾ ਹੈ। ਜੀ ਜੀ। ਕਿਹੜਾ ਸਾਜ਼ ਜਿਹੜੇ ਸਾਜ਼ਾਂ ਦੀ ਹੋਂਦ ਵੀ ਨਹੀਂ ਆ, ਉਹੋ ਜਿਹੀਆਂ ਆਵਾਜ਼ਾਂ ਵੀ ਉਹ ਕੱਢ ਲੈਂਦੇ ਨੇ। ਬਿਲਕੁਲ ਜੀ। ਖੈਰ, ਅਸੀਂ ਤੇ ਦੁਆ ਕਰਾਂਗੇ ਕਿ ਸਾਡੇ ਲੋਕ ਸਾਜ਼ ਹਮੇਸ਼ਾ ਜਿਉਂਦੇ ਜਾਗਦੇ ਰਹਿਣ ਔਰ ਅਸੀਂ ਇਹਨਾਂ ਦੇ ਨਾਲ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਮਾਣਦੇ ਰਹੀਏ। ਪੂਨਮ ਜੀ, ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਬਹੁਤ ਚੰਗਾ ਲੱਗਿਆ। ਲੋਕ ਸਾਜ਼ਾਂ ਬਾਰੇ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ। ਤੁਹਾਡਾ ਇਹ ਸਮਾਂ ਦੇਣ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਥੈਂਕ ਯੂ ਸਰ। ਤੇਰੇ ਕੰਮ ਨਹੀਂ ਆ ਪੁੱਤਰ ਪੁੱਤਰੇ ਤੇ ਸੋਹਣੀ ਨਾਰ ਪਿਆਰੇ, ਤੂੰਬਾ ਵਜਦਾਨਾ, ਤੂੰਬਾ ਵਜਦਾਨਾ, ਤੂੰਬਾ ਵਜਦਾਨਾ, ਤਾਰ ਦੇ ਬਿਨਾ ਤੂੰਬਾ ਵਜਦਾਨਾ, ਉਹ ਤੂੰਬਾ ਵਜਦਾਨਾ, ਤਾਰ ਦੇ ਬਿਨਾ ਤੂੰਬਾ ਵਜਦਾਨਾ। ਇਹ ਤੂੰਬਾ ਨਾਰਦ ਤੋਂ ਸੁਣਿਆ ਅਰਸ਼ ਫਰਸ਼ ਦੇ ਲੋਕਾਂ, ਇਹ ਤੂੰਬਾ ਨਾਰਦ ਤੋਂ ਸੁਣਿਆ ਅਰਸ਼ ਫਰਸ਼ ਦੇ ਲੋਕਾਂ, ਬੋਲੀ ਤਾਰ ਨੂੰ ਰਹਿਣ ਪਕਾਰੇ ਮਦ ਚ ਗਾਵੇ ਚੋਕਾ, ਬੋਲੀ ਤਾਰ ਨੂੰ ਰਹਿਣ ਪਕਾਰੇ ਮਦ ਚ ਗਾਵੇ ਚੋਕਾ। ਇਸ ਤੋਂ ਪਹਿਲਾਂ ਕਿਸੇ ਨਾ ਸੁਣਿਆ, ਇਸ ਤੋਂ ਪਹਿਲਾਂ ਕਿਸੇ ਨਾ ਸੁਣਿਆ, ਇੱਕ ਸਰ ਦੇ ਨਾਰ ਬਿਨਾ ਤੂੰਬਾ ਵਜਦਾਨਾ, ਉਹ ਤੂੰਬਾ ਵਜਦਾਨਾ, ਤਾਰ ਦੇ ਬਿਨਾ ਤੂੰਬਾ ਵਜਦਾਨਾ, ਉਹ ਤੂੰਬਾ ਵਜਦਾਨਾ।